किसान ना कर्जा मंग रहे ने ते ना ही भीख। किसान मंग रहे ने अपनी मेहनत का पैसा। सड़क नूं दोनों पासियां तो जाम कर दिता गया है। पिछले 3 सालों का जिहड़ा बकाया दब के जिहड़ा बैठे आ, असीं इन्हां नूं कोलों कोई भीख नहीं मंगदे। इन्हां नूं असीं गन्ना बेचिया, गन्ने असीं अपने दी पेमेंट मंगदे आ। जिहड़ा संविधानिक हक वा साडा भी ये 15 दिनां दे विच जिहड़ी आ पेमेंट सानूं मिल जानी चाहीदी आ। ਉਹ ਸਰਕਾਰ ਕਹਿੰਦੀ ਆ ਵੀ ਇਹ ਗਾਇਬ ਹੋਇਆ ਫਿਰਦਾ। ਸਾਡੇ ਵੱਲੋਂ ਇਹ ਮਾਲਕ ਜਿੱਥੇ ਮਰਜ਼ੀ ਜਾਵੇ, ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ। ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਆ ਤੇ ਕਾਰਪੋਰੇਟ ਘਰਾਣਿਆਂ ਦੇ ਨਾਲ ਹੋ ਕੇ ਉਹਨਾਂ ਦਾ ਪੱਖ ਪੂਰ ਰਹੀ ਆ। 72 ਕਰੋੜ रुपए का कर्जा है इस मिल के सिर, पर प्रशासन ते सरकार दोवें चुप ने। किसान सड़कों ते ਸਾਨੂੰ ਇਹ ਗੱਲ ਕਹਿੰਦੇ ਆ ਪਿਛਲਾ ਐਤਕੀ ਗੰਨਾ ਸੈੱਟ ਤੋਂ ਮਗਰਲਾ ਪਾ ਦਿਆਂਗੇ, ਗਾਂ ਦਾ ਤੁਹਾਨੂੰ ਨਗਦ ਦੇ ਦਿਆਂਗੇ। ਜ਼ਿਮੀਂਦਾਰ ਫਿਰ ਗੰਨਾ ਲੈ ਆਉਂਦੇ ਆ, ਫਿਰ ਉਹ ਵੀ ਪੈਸਾ ਰੁਕ ਜਾਂਦਾ। ਫਿਰ ਕਹਿੰਦੇ ਆ ਪਿਛਲੀਆਂ ਕਿਸ਼ਤਾਂ ਜਾਰੀ ਕਰ ਦਿਆਂਗੇ, ਅਗਲਾ ਪਾ ਦਿਆਂਗੇ। ਜ਼ਿਮੀਂਦਾਰ ਫਿਰ ਗੰਨਾ ਲੈ ਆਉਂਦੇ ਆ। ਇਸ ਤਰੀਕੇ ਨਾਲ ਮਿੱਲ ਚੱਲੀ ਗਈ, ਪਰ ਮਿੱਲ ਦੀ ਜਿਹੜੀ ਖੰਡ ਸੀ ਉਹ ਸਾਰੀ ਦੀ ਸਾਰੀ ਇਹ ਵੇਚ ਕੇ ਖਾ ਗਿਆ, ਪਰ ਜ਼ਿਮੀਂਦਾਰ ਦਾ ਪੈਸਾ ਦਿੱਤਾ ਨਹੀਂ। ਇਹ ਮਿੱਲਾਂ ਦਾ ਇੱਕ ਸਖਾਲਾ ਜਿਹਾ ਨਹੀਂ ਕੰਮ ਹੀ ਸਮਝ ਲਿਆ ਵੀ ਜਦੋਂ ਵੋਟਾਂ ਹੁੰਦੀਆਂ ਆ ਐਮਐਲਏ ਨੂੰ ਐਮਪੀ ਨੂੰ ਥੋੜ੍ਹੇ ਜਿਹੇ ਪੈਸੇ ਦਿਓ ਤੇ ਜਿਹੜਾ ਆਪਣਾ ਮਾਮਲਾ ਉਹਨੂੰ ਦਬਾ ਦਿਓ। ਇਹ ਜਿਹੜੇ ਚੋਰ ਨੇ ਨਾ ਵੱਡੇ ਵੱਡੇ ਮਿੱਲਾਂ ਵਾਲੇ, ਇਹਨਾਂ ਦੇ ਹੱਥ ਸਰਕਾਰ ਵਿੱਚ ਸਿੱਧੇ ਨੇ। ਜਿਹੜੀ ਸੈਂਟਰ ਦੇ ਵਿੱਚ ਸੱਤਾ ਚੱਲ ਰਹੀ ਹੈ ਇਸ ਵੇਲੇ, ਉਹ ਮਾਨਸਿਕ ਤੌਰ ਤੇ ਬਿਮਾਰ ਬੰਦਿਆਂ ਦੀ ਸੱਤਾ ਆ। ਮਾਨਸਿਕ ਤੌਰ ਤੇ ਬਿਮਾਰੀ ਸੀ ਕਿਹਨੂੰ ਕਹਿੰਦੇ, ਪਾਗਲ ਬੰਦੇ ਜਿਹੜੇ ਹੁੰਦੇ ਆ। ਉਹ ਜਿੱਦਾਂ ਦੇ ਹੌਸ ਹੁੰਦੇ ਉਹਨਾਂ ਦੇ ਵੱਖਰੇ, ਉਹਦੇ ਬਹੁਤ ਗਿਣਤੀ ਹੁੰਦੀ ਆ ਉਹਨਾਂ ਦੀ। ਉਰੇ ਆ ਕੇ ਕਰ ਸਕਦੇ ਨੇ ਕੰਮ। ਇਹ ਕੰਮ ਗੋਰੇ ਤੁਸੀਂ ਦੱਸਦੇ ਹੋ ਜੂ, ਉਹ ਤਾਂ ਸਾਡੇ ਉੱਥੇ ਨੂੰ ਭੱਜ ਰਹੇ ਨੇ। ਇਹ ਆਪਣੇ ਨੂੰ ਤਾਂ ਰੋਟੀ ਨਹੀਂ ਦੇ ਸਕਦੇ, ਗੋਰਿਆਂ ਨੂੰ ਕਿੱਥੋਂ ਦੇ ਦੂਗੇ। ਸੋ ਆਖਰੀ ਸਵਾਲ ਪੁੱਛਣਾ ਚਾਹੂੰਗਾ, ਧਰਨਾ ਹੋਰ ਕਿੰਨਾ ਸਮਾਂ ਉਡੀਕ ਕਰੇਗਾ ਜਾਂ ਅਗਲੀ ਰਣਨੀਤੀ ਕੀ ਹੈ? ਗੋਡਿਆਂ ਭਾਨੇ ਕਰਨੀ ਆ, ਕੋਈ ਦੁਆ ਨਹੀਂ ਕਰਨਾ ਹੈ ਵੀ ਉਹਨੇ ਆਸ਼ਵਾਸਨ ਦੇਤਾ ਇੰਨੇ ਤਰੀਕ ਤੱਕ ਆਪਾਂ ਕਰਾਂਗੇ ਤਾਂ ਤੁਸੀਂ ਉੱਠ ਜਾਓ। ਨਹੀਂ, ਕੋਈ ਅਟੱਲ ਫੈਸਲਾ ਲਵਾਂਗੇ। ਦੇਸ਼ ਦਾ ਪੀਐਮ ਗੁਜਰਾਤੀ, ਹੋਮ ਮਿਨਿਸਟਰ ਜਾ ਕੇ ਗੁਜਰਾਤ ਤੋਂ ਲੈ ਕੇ ਆਇਆ, ਹਿਮਾਚਲ ਪ੍ਰਦੇਸ਼ ਤੋਂ J&K ਤੋਂ ਚੰਗਾ ਨਹੀਂ ਸੀ। ਅਮਿਤ ਸ਼ਾਹ ਕੀ ਕਹਿੰਦਾ, ਯੂਥ ਨੂੰ ਪੜ੍ਹ ਲਿਖ ਕੇ ਡਿਗਰੀਆਂ ਲੈ ਕੇ ਭਜੀਏ ਵਿੱਚ। ਭਜੀਏ ਕੀ ਚੀਜ਼ ਹੁੰਦੇ ਹੈ ਪਤਾ ਤੈਨੂੰ? ਭਜੀਏ ਪਕੌੜਿਆਂ ਨੂੰ ਕਹਿੰਦੇ ਆ। ਗੁਜਰਾਤੀਆਂ ਦੇ ਭਜੀਏ, ਪੰਜਾਬੀਆਂ ਦੇ ਪਕੌੜੇ। ਹੁਣ ਮਾਂ-ਬਾਪ ਜਿਹੜੇ ਮਾਂ-ਬਾਪ ਔਖਾ ਹੋ ਕੇ ਔਲਾਦ ਨੂੰ ਪੜ੍ਹਾਉਂਦਾ, ਉਹ ਭਜੀਏ ਵੇਚਣ ਲਈ ਪੜ੍ਹਾਊਗਾ? ਦੇਸ਼ ਨੂੰ ਸਰਕਾਰ ਚਲਾ ਰਹੀ ਆ, ਸਰਕਾਰੀ ਨੌਕਰੀ ਹਨ ਕਿਉਂ? ਸਾਰੇ ਕੰਮ ਠੇਕੇ ਦੇ ਰਿਹਾ ਵਾ। ਦੇ ਰਿਹਾ ਠੇਕੇ ਦੇ ਨਾ, ਤਾਂ ਸਰਕਾਰ ਵੀ ਠੇਕੇ ਦੇ ਦੇਵੇ। ਦੇਸ਼ ਠੀਕ ਨਹੀਂ ਚੱਲਦਾ ਮੇਰੀ ਨਜ਼ਰ ਵਿੱਚ। ਕਿਉਂ ਨਹੀਂ ਦੇ ਰਿਹਾ? ਇਹਨੂੰ ਫਾਇਦਾ ਆ। ਇਹ ਕੋਆਪਰੇਟਿਵ ਘਰਾਣਿਆਂ ਦੇ ਧਿਆਨ 'ਚ ਬੈਠਾ ਆ ਮੋਦੀ। ਇਹਨੇ ਦੇਸ਼ ਦੀ ਜਨਤਾ ਨੂੰ ਲੁੱਟਿਆ ਨਹੀਂ ਆ। ਇਹਦਾ ਜੇ ਦੇਖ ਲਓ ਬੈਂਕ ਬੈਲੈਂਸ, ਇਹਨੇ ਕਹਿਣਾ ਹੈ ਹੀ ਨਹੀਂ ਆ। ਟੈਕਸ ਤੇ ਟੈਕਸ ਲਾਈ ਜਾਂਦਾ। ਹੁਣ ਇੱਕ ਸਾਹ ਦੇ ਟੈਕਸ ਲਾਉਣਾ ਹੈ। ਜਿਹੜਾ ਤੂੰ ਸਾਹ ਲੈਣਾ ਤੂੰ ਵੀ ਨਾ, ਤੈਨੂੰ ਬਿੱਲ ਦੇਣਾ ਪੈਣਾ ਹੈ, ਮੈਨੂੰ ਵੀ ਬਿੱਲ ਦੇਣਾ ਪੈਣਾ ਹੈ। ਕੋਆਪਰੇਟਿਵ ਘਰਾਣਿਆਂ ਨੂੰ ਤਕੜੇ ਕਰਦਾ ਹੈ। ਇਹ ਕੋਆਪਰੇਟਿਵ ਘਰਾਣਿਆਂ ਦੀ ਗੋਦ 'ਚ ਬੈਠਾ ਮੋਦੀ। ਕੁਛ ਨਹੀਂ ਇਹਦੇ 'ਚ ਕਾਬਲੀਅਤ ਹੈਗੀ। ਚਾਹ ਵੇਚਣ ਵਾਲਾ ਦੇਸ਼ ਚਲਾ ਰਿਹਾ। ਹਿੰਦੁਸਤਾਨ ਪੂਰਾ ਹਿੰਦੂ ਦਾ ਆ, ਹਿੰਦੁਸਤਾਨ ਪੂਰਾ ਸਿੱਖ ਦਾ ਆ, ਹਿੰਦੁਸਤਾਨ ਪੂਰਾ ਮੁਸਲਮਾਨ ਦਾ, ਹਿੰਦੁਸਤਾਨ ਪੂਰਾ ਈਸਾਈ ਦਾ, ਇਕੱਲੇ ਹਿੰਦੂ ਦਾ ਨਹੀਂ। ਤਦ ਹਿੰਦੁਸਤਾਨ ਬਣਦਾ। ਕੁਛ ਨਹੀਂ ਇਹ ਕਰਦੇ, ਆਪਣੀ ਆਪਣੀ ਰੋਜੀ ਰੋਟੀ ਦੱਸ ਦਿੱਤਾ। ਹੱਲ ਕੀ ਹੈ? ਹੱਲ ਕੀ ਹੈ? ਹੱਲ ਕੀ ਇਹਨਾਂ ਦੇ ਛਿੱਤਰ ਮਾਰੋ ਬਸ, ਦੂਜਾ ਹੱਲ ਨਹੀਂ ਹੈਗਾ। ਕਿਸਾਨ ਨਾ ਕਰਜ਼ਾ ਮੰਗ ਰਹੇ ਨੇ ਤੇ ਨਾ ਹੀ ਭੀਖ। ਕਿਸਾਨ ਮੰਗ ਰਹੇ ਨੇ ਆਪਣੀ ਮਿਹਨਤ ਦਾ ਪੈਸਾ। ਇਹ ਤੁਸੀਂ ਮੇਰੇ ਪਿੱਛੇ ਮਿੱਲ ਵੇਖ ਰਹੇ ਹੋ। ਇਸ ਮਿੱਲ ਨੇ ਪੰਜਾਬ ਦੇ ਕਿਸਾਨਾਂ ਦਾ 72 ਕਰੋੜ ਰੁਪਇਆ ਦੇਣਾ ਹੈ, ਪਰ ਮਾਲਕ ਫਰਾਰ ਦੱਸੇ ਜਾ ਰਹੇ ਨੇ। ਉਧਰ ਕਿਸਾਨ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਤੇ ਅੱਜ ਸੰਘਰਸ਼ ਤੇਜ਼ ਕੀਤਾ ਗਿਆ ਹੈ। ਵੱਡੇ ਕਿਸਾਨ ਆਗੂ ਇੱਥੇ ਪਹੁੰਚੇ ਹੋਏ ਨੇ ਤੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ। ਟਰੈਕਟਰਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਆ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਾਉਂਦੇ ਆ। ਤੁਹਾਡੀ ਇਕੱਲੇ ਕਿਸਾਨ ਆਗੂ ਦੇ ਨਾਲ ਗੱਲਬਾਤ ਕਰਾਂਗੇ ਤੇ ਆਉਣ ਵਾਲੇ ਸਮੇਂ ਦੀ ਰਣਨੀਤੀ ਪੁੱਛਾਂਗੇ। ਦੂਜੇ ਪਾਸੇ ਸਰਕਾਰ ਤੋਂ ਵੀ ਇਸ ਦਾ ਜਵਾਬ ਮੰਗਾਂਗੇ ਕਿ ਸਰਕਾਰ ਕਿਉਂ ਅਣਗੌਲਿਆਂ ਕਰ ਰਹੀ ਹੈ, ਕਿਉਂ ਅਣਦੇਖਿਆ ਕਰ ਰਹੀ ਹੈ। ਇੱਕ ਪਾਸੇ ਵਾਅਦੇ ਕੀਤੇ ਜਾਂਦੇ ਨੇ ਕਿ ਸਰਕਾਰ ਕਿਸਾਨ ਹਿਤੈਸ਼ੀ ਹੈ, ਮਜ਼ਦੂਰ ਹਿਤੈਸ਼ੀ ਹੈ, ਪਰ ਹਿੱਤ ਕਿੱਥੇ ਗਏ ਇਹ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਸੋ ਆਓ ਕਿਸਾਨਾਂ ਦੇ ਕੋਲ ਚੱਲਦੇ ਹਾਂ। ਸੜਕ ਨੂੰ ਦੋਨਾਂ ਪਾਸਿਆਂ ਤੋਂ ਜਾਮ ਕਰ ਦਿੱਤਾ ਗਿਆ ਹੈ ਤੇ ਦੁਆਬਾ ਕਿਸਾਨ ਕਮੇਟੀ ਦੇ ਆਗੂ ਸਾਡੇ ਨਾਲ ਮੌਜੂਦ ਨੇ, ਸਤਪਾਲ ਸਿੰਘ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਧਰਨਾ ਨਿਰੰਤਰ ਚੱਲ ਰਿਹਾ, ਪਰ ਪ੍ਰਸ਼ਾਸਨ ਤੇ ਸਰਕਾਰ ਕਿਹੋ ਜਿਹਾ ਰੁਖ ਦਿਖਾ ਰਹੀ ਹੈ ਤੇ ਉਮੀਦ ਕੀ ਹੈ, ਕਦੋਂ ਤੱਕ ਇਸ ਦਾ ਹੱਲ ਹੋਵੇਗਾ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। PNT ਦਾ ਬਹੁਤ ਬਹੁਤ ਧੰਨਵਾਦ। ਸੋ
ਲਗਾਤਾਰ ਸੰਘਰਸ਼ ਜਾਰੀ ਹੈ। ਅੱਜ ਹੋਰ ਤਿੱਖਾ ਕਰ ਦਿੱਤਾ ਸੰਘਰਸ਼ ਨੂੰ, ਪਰ ਕਿਹੋ ਜਿਹਾ ਪ੍ਰਤੀਕਰਮ ਸਰਕਾਰ ਵੱਲੋਂ ਕਿਹੋ ਜਿਹਾ ਰੁਖ ਆ ਰਿਹਾ? ਦੇਖੋ ਜੀ, ਫਿਲਹਾਲ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ 5ਵਾਂ ਦਿਨ ਅੱਜ ਬੈਠਿਆਂ ਨੂੰ ਤਕਰੀਬਨ ਹੋ ਗਿਆ, ਜੀ ਜਿੱਥੇ ਪੰਜਾਬ ਦੀਆਂ ਸਰਕਾਰੀ ਤੇ ਨਿੱਜੀ ਮਿੱਲਾਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਲੰਮੇ ਪਿਛਲੇ 2-2 3-3 ਸੀਜ਼ਨਾਂ ਦਾ ਜਿਹੜਾ ਬਕਾਇਆ ਖੜਾ, ਇੱਕ ਬੜੀ ਇਹ ਦੁੱਖ ਦੀ ਗੱਲ ਆ। ਮੈਂ ਇੱਕ ਬੇਨਤੀ ਕਰੂੰਗਾ ਵੀ ਜੇ ਕਿਸਾਨ ਪੈਸਟੀਸਾਈਡ ਜਾਂ ਇਨਸੈਕਟੀਸਾਈਡ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਚੀਜ਼ ਲੈਣ ਜਾਂਦਾ ਦੁਕਾਨ ਤੇ, ਅਸੀਂ ਅੱਜ ਨਹੀਂ ਤੇ ਕੱਲ੍ਹ ਨੂੰ ਉਹਨੂੰ ਜਿਹੜੀ ਪੇਮੈਂਟ ਦੇਣੀ ਪੈਂਦੀ ਆ। ਪਰ ਬੜੇ ਦੁੱਖ ਦੀ ਗੱਲ ਆ ਵੀ ਇਹ ਮਿੱਲਾਂ ਦੇ ਏਡੇ ਜਿਹੜੇ ਰਹੀਸ਼ ਮਾਲਕ ਆ, ਜਿਹੜੇ ਪਿਛਲੇ 3-3 ਸਾਲਾਂ ਦਾ ਜਿਹੜਾ ਬਕਾਇਆ ਦੱਬ ਕੇ ਜਿਹੜਾ ਉਹ ਬੈਠੇ ਆ, ਅਸੀਂ ਇਹਨਾਂ ਨੂੰ ਕੋਲੋਂ ਕੋਈ ਭੀਖ ਨਹੀਂ ਮੰਗਦੇ। ਇਹਨਾਂ ਨੂੰ ਅਸੀਂ ਗੰਨਾ ਵੇਚਿਆ, ਗੰਨੇ ਅਸੀਂ ਆਪਣੇ ਦੀ ਪੇਮੈਂਟ ਮੰਗਦੇ ਆ, ਜਿਹੜਾ ਸੰਵਿਧਾਨਿਕ ਹੱਕ ਆ ਸਾਡਾ ਵੀ ਇਹ 15 ਦਿਨਾਂ ਦੇ ਵਿੱਚ ਜਿਹੜੀ ਆ ਪੇਮੈਂਟ ਸਾਨੂੰ ਮਿਲ ਜਾਣੀ ਚਾਹੀਦੀ ਆ। ਪਰ ਪਿਛਲੇ 3 ਸੀਜ਼ਨਾਂ ਦਾ ਜਿਹੜਾ ਬਕਾਇਆ ਉਹ ਇਹ ਫਗਵਾੜਾ ਮਿੱਲ ਦੇ ਵੱਲ ਖੜਾ, ਤੇ ਜਿਹੜਾ ਮਾਲਕ ਆ ਉਹ ਸਰਕਾਰ ਕਹਿੰਦੀ ਆ ਵੀ ਇਹ ਗਾਇਬ ਹੋਇਆ ਫਿਰਦਾ। ਸਾਡੇ ਵੱਲੋਂ ਇਹ ਮਾਲਕ ਜਿੱਥੇ ਮਰਜੀ ਜਾਵੇ, ਸਾਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ, ਪਰ ਜਿਹੜਾ ਅਸੀਂ ਗੰਨਾ ਵੇਚਿਆ, ਅਸੀਂ ਉਹਦਾ ਸਾਨੂੰ ਬਕਾਏ ਦੀ ਲੋੜ ਆ। ਮੈਂ ਇਹ ਕਹੂੰਗਾ ਜੀ ਵੀ ਜਿਹੜੀ ਕਿ ਸਰਕਾਰ ਆ, ਇਸ ਦੇ ਪਿੱਛੇ ਜਿਹੜੀ ਸਰਕਾਰ ਹੀ ਜ਼ਿੰਮੇਵਾਰ ਆ। ਅਸੀਂ ਸਰਕਾਰ ਤੇ ਵੱਡਾ ਦੋਸ਼ ਲਾਉਂਦੇ ਆ, ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਜੇ ਕਿਸਾਨ ਨੂੰ ਬਚਾਉਣਾ, ਜੇ ਮਜ਼ਦੂਰ ਨੂੰ ਬਚਾਉਣਾ ਜਾਂ ਆਮ ਜਨਤਾ ਨੂੰ ਬਚਾਉਣਾ, ਤੇ ਉਹਦੀ ਜਿਹੜੀ ਬਣਦੀ ਜਿਹੜਾ ਫਸਲ ਦਾ ਇਹ ਜਿਹੜਾ ਮੁਆਵਜ਼ਾ ਟਾਈਮ ਸਿਰ ਜਿਹੜਾ ਉਹ ਮਿਲਣਾ ਚਾਹੀਦਾ। ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ ਕਿਸਾਨ ਹਿਤੈਸ਼ੀ ਹਾਂ, ਮਜ਼ਦੂਰ ਹਿਤੈਸ਼ੀ ਹਾਂ। ਇਹ ਕਹਿਣ ਦਾ ਤੇ ਕਰਨ ਦੇ ਵਿੱਚ ਬੜਾ ਅੰਤਰ ਹੁੰਦਾ। ਇਹ ਕਹਿਣ ਦੇ ਵਿੱਚ ਤੇ ਉਹਨਾਂ ਨੇ ਬਹੁਤ ਕੁਝ ਕਿਹਾ, ਤੇ ਆਉਣ ਟਾਈਮ ਜਦੋਂ ਸਰਕਾਰ ਲਿਆਉਣੀ ਸੀ ਬਹੁਤ ਕੁਝ ਕਿਹਾ, ਪਰ ਸਾਨੂੰ ਲੱਗਦਾ ਨਹੀਂ। ਹਾਂ, ਅਸੀਂ ਜੇ 70% ਜਿਹੜੀ ਆਬਾਦੀ ਕਿਸਾਨਾਂ ਦੀ ਆ, ਅੱਜ ਜੇ ਇਹਨਾਂ ਨੂੰ 92 ਸੀਟਾਂ ਮਿਲੀਆਂ ਤੇ ਕਿਸਾਨਾਂ ਦੀ ਬਦੌਲਤ ਹੀ ਮਿਲੀਆਂ। ਇਹ ਜਿਹੜਾ ਪਿੱਛੇ ਦਿੱਲੀ 'ਚ ਸੰਘਰਸ਼ ਲੜ ਕੇ ਆਏ ਆ, ਉਹਦੀ ਬਦੌਲਤ ਮਿਲੀਆਂ, ਕਿਉਂਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਕੁਝ ਵੀ ਨਹੀਂ ਕੀਤਾ, ਤੇ ਅਸੀਂ ਇਹ ਨਵੀਂ ਸਰਕਾਰ ਚੁਣਨ ਦਾ ਜਿਹੜਾ ਮਨ ਬਣਾਇਆ। ਪਰ ਜੇ ਵੀ ਉਦਾਂ ਹੀ ਕਰਦੀ ਆ ਤੇ ਗਾਂ ਇਹਨਾਂ ਨੂੰ ਵੀ ਫਤਿਹ ਬੁਲਾ ਦਿਆਂਗੇ, ਫਿਰ ਕੋਈ ਐਸੀ ਗੱਲ ਨਹੀਂ। ਪਰ ਜੇ ਉਤੈਸ਼ੀ ਬਣਨਾ ਚਾਹੁੰਦੇ ਆ, ਜੇ ਤੁਸੀਂ ਕਿਸਾਨੀ ਦਾ ਦਰਦ ਸਮਝਦੇ ਆ, ਮਜ਼ਦੂਰੀ ਦਾ ਦਰਦ ਸਮਝਦੇ ਆ, ਤੇ ਸਾਨੂੰ ਜਿਹੜੀ ਆ ਪੇਮੈਂਟ ਸਾਡੀ ਟਾਈਮ ਸਿਰ ਜਿਹੜੀ ਆ ਉਹ ਮਿੱਲਾਂ ਵੱਲੋਂ ਹੋਣੀ ਚਾਹੀਦੀ ਆ। ਐ ਨਹੀਂ ਲੱਗਦਾ ਸਰਕਾਰ ਦੀ ਦੋਗਲੀ ਨੀਤੀ ਹੈ? ਕਿਉਂਕਿ ਸਰਕਾਰ ਦੇ ਨਾਲ ਕਿਸਾਨਾਂ ਦੀ ਬੀਤੇ ਦਿਨੀ ਮੀਟਿੰਗ ਹੋ ਗਈ, ਉਦੋਂ ਆਖਿਆ ਗਿਆ ਕਿ ਸਤੰਬਰ ਦੀ 7 ਤਰੀਕ ਤੱਕ ਭੁਗਤਾਨ ਕੀਤਾ ਜਾਊਗਾ ਸਿਰਫ ਸਹਿਕਾਰੀ ਦਾ, ਪ੍ਰਾਈਵੇਟ ਉਸ ਦੇ ਵਿੱਚ ਵੀ ਲਾਂਭੇ ਕਰ ਦਿੱਤੀਆਂ ਗਈਆਂ। ਇਸ ਵਿੱਚ ਕਿਸਾਨ ਦਾ ਦੋਸ਼ ਹੈ ਜਾਂ ਸਰਕਾਰ ਦਾ ਜਾਂ ਫਿਰ ਮਿੱਲਾਂ ਵਾਲਿਆਂ ਦਾ? ਮੈਂ ਇੱਕ ਗੱਲ ਕਹੂੰਗਾ ਜੀ, ਸਰਕਾਰੀ ਹੋਣ ਜਾਂ ਪ੍ਰਾਈਵੇਟ ਹੋਣ, ਜੇ ਪ੍ਰਾਈਵੇਟ ਵਾ, ਜੇ ਨਿੱਜੀ ਮਿੱਲਾਂ ਦੇ ਮਾਲਕਾਂ ਦੇ ਨਾਲ ਹੈਗੀ, ਤੇ ਇਹਦਾ ਮਤਲਬ ਇਹ ਕੋਆਪਰੇਟ ਘਰਾਣਿਆਂ ਦੇ ਕਿਤੇ ਨਾ ਕਿਤੇ ਵੱਸ ਦੇ ਵਿੱਚ ਵਾ। ਜੇ ਕੋਆਪਰੇਟ ਘਰਾਣੇ ਸਰਕਾਰ ਤੋਂ ਸਭ ਕੁਝ ਥੱਲੇ ਹੁੰਦਾ, ਤੇ ਜੇ ਕੋਆਪਰੇਟ ਘਰਾਣਿਆਂ ਵਾਲਿਆਂ ਨੇ ਇਹਨਾਂ ਨੂੰ ਸਰਕਾਰਾਂ ਨੂੰ ਆਪਣੀ ਜੇਬ ਦੇ ਵਿੱਚ ਰੱਖਿਆ ਆ, ਇਹ ਜਿੱਦਾਂ ਮਰਜ਼ੀ ਆਪਣਾ ਕੰਮ ਕਰਨ, ਜੇ ਉਹਨਾਂ ਦੀ ਮੰਨਦੇ ਹੀ ਨਹੀਂ ਤੇ ਫਿਰ ਸਰਕਾਰ ਕਾਹਦੀ? ਇਸ ਕਰਕੇ ਅਸੀਂ ਇਹ ਗੱਲ ਕਹਾਂਗੇ, ਇਹਦੇ ਵਿੱਚ ਵੀ ਜਿਹੜਾ ਸਰਕਾਰ ਦਾ ਹੀ ਕਸੂਰ ਆ। ਸਰਕਾਰ ਇਹਨਾਂ ਨੂੰ ਦਬਕਾ ਮਾਰੇ। ਜੇ ਇਹ ਟਾਈਮ ਸਿਰ ਨਹੀਂ ਚਲਾਉਂਦੇ, ਇਹ ਮਿਲ ਕਿਸੇ ਹੋਰ ਨੂੰ ਦਿੱਤੀ ਜਾਵੇ, ਕਿਸੇ ਨੂੰ ਅੱਗੇ ਵੇਚ ਦਿੱਤੀ ਜਾਵੇ, ਇਹਨਾਂ ਦਾ ਲਾਇਸੈਂਸ ਜਿਹੜਾ ਉਹ ਕੈਂਸਲ ਕੀਤਾ ਜਾਵੇ, ਤੇ ਜਿਹੜੇ ਹਜ਼ਾਰਾਂ ਵਰਕਰ ਵਿੱਚ ਕੰਮ ਕਰਦੇ ਆ, ਜਾਂ ਉਹ ਅਸੀਂ ਉਹਨਾਂ ਨੂੰ ਵੀ ਇਹ ਨਹੀਂ ਕਹਿੰਦੇ ਵੀ ਬੇਰੁਜ਼ਗਾਰ ਕਰਕੇ ਘਰ ਭੇਜ ਦਿੱਤਾ ਜਾਵੇ, ਮਿਲ ਵੀ ਚਲਾਈ ਜਾਵੇ। ਕਿਸਾਨਾਂ ਨੂੰ ਵੀ ਇਹਦਾ ਫਾਇਦਾ ਮਿਲਣਾ ਚਾਹੀਦਾ, ਪਬਲਿਕ ਨੂੰ ਵੀ ਮਿਲਣਾ ਚਾਹੀਦਾ, ਪਰ ਇਹ ਜਿਹੜੇ ਮਾਲਕ ਖਰਾਬ ਕਰਦੇ ਆ, ਇਹਨਾਂ ਦਾ ਲਾਇਸੈਂਸ ਕੈਂਸਲ ਕਰਕੇ ਇਹਨੂੰ ਗਾਂਹ ਵੇਚ ਦੇਣਾ ਚਾਹੀਦਾ। ਜੀ ਧੰਨਵਾਦ ਜੀ। ਇੱਥੇ ਨੌਜਵਾਨ ਕਿਸਾਨ ਆਗੂ ਵੀ ਪਹੁੰਚੇ ਹੋਏ ਨੇ, ਨੌਜਵਾਨ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਭਵਿੱਖ ਨੇ ਤੇ ਭਵਿੱਖ ਵਾਲੀ ਖੇਤੀ ਇਹਨਾਂ ਨੇ ਸਾਂਭਣੀ ਹੈ। ਇਹ ਕੀ ਸਮਝਦੇ ਨੇ, ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ, ਇਹਨਾਂ ਤੋਂ ਜਾਣਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ ਫਗਵਾੜੇ ਮਿੱਲ ਵਾਲਿਆਂ ਨੇ ਜਿਹੜਾ ਕਿਸਾਨਾਂ ਦੇ ਗੰਨੇ ਦਾ 72 ਕਰੋੜ ਰੁਪਈਆ ਪਿਛਲੇ 2-3 ਸਾਲ ਦਾ ਦੱਬ ਕੇ ਰੱਖਿਆ ਹੈ, ਉਹਦੇ ਸਬੰਧ ਦੇ ਵਿੱਚ ਸਰਕਾਰ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ। ਪਹਿਲਾਂ ਵੀ ਮਿੱਲ ਵਾਲਿਆਂ ਕੋ ਦਬਾਓ ਸਾਨੂੰ ਪੈਸੇ, ਸਰਕਾਰ ਦੇ ਭਰੋਸੇ ਬੈਠੇ ਰਹੇ ਆ ਜੀ ਬਹੁਤ ਮਹੀਨਿਆਂ ਤੋਂ। ਹੁਣ ਵੀ 5 ਦਿਨ ਰੱਖੜੀ ਤੱਕ ਦਾ ਅਲਟੀਮੇਟਮ ਦਿੱਤਾ ਸੀ, ਅਸੀਂ ਰਸਤੇ ਨਹੀਂ ਬੰਦ ਕੀਤੇ ਸੀ। ਅੱਜ ਪਹਿਲਾ ਦਿਨ ਆ, ਰੋਡ ਬਲੌਕ ਕੀਤੇ ਆ। ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਆ, ਤੇ ਕਾਰਪੋਰੇਟ ਘਰਾਣਿਆਂ ਦੇ ਨਾਲ ਹੋ ਕੇ ਉਹਨਾਂ ਦਾ ਪੱਖ ਪੂਰ ਰਹੀ ਆ ਵੀ ਥੋੜ੍ਹਾ ਸਮਾਂ ਹੋਰ, ਜਦ ਕਿ ਸਰਕਾਰ ਨੇ ਪਹਿਲਾਂ ਕਿਹਾ ਸੀ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਵੇਚ ਕੇ ਕਿਸਾਨਾਂ ਦਾ ਪੈਸਾ ਦਿੱਤਾ ਜਾਊਗਾ। ਕਿਉਂਕਿ ਇਹ ਸਾਡਾ ਜਿਹੜਾ ਦੁਆਬਾ ਆ, ਕਾਫੀ ਇਹ ਗੰਨੇ ਵਾਲੀ ਬੈਲਟ ਆ, ਔਰ ਕਿਸਾਨਾਂ ਦੇ ਜਿਹੜਾ ਨਵਾਂ ਗੰਨੇ ਦੀ ਬਿਜਾਈ ਹੋਈ ਆ ਉਹਨੂੰ ਬਹੁਤ ਵੱਡੀ ਤਾਦਾਦ 'ਚ ਬਿਮਾਰੀ ਪੈ ਰਹੀ ਆ। ਉਹਦੀਆਂ ਦਵਾਈਆਂ ਖਰੀਦਣ ਲਈ ਕਿਸਾਨਾਂ ਕੋਲ ਪੈਸੇ ਨਹੀਂ ਆ, ਜਿਸ ਕਰਕੇ ਇਹ ਬਹੁਤ ਫੋਰਸਫੁਲੀ
ਹੁਣ ਇਹਨੂੰ ਧਰਨੇ ਨੂੰ ਸਾਨੂੰ ਕਰਨਾ ਪੈਣਾ ਆ, ਵੀ ਨਹੀਂ ਤਾਂ ਜਿਹੜੀ ਸਾਡੀ ਅਗਲੀ ਫਸਲ ਬੀਜੀ ਆ ਉਹਦੇ ਉੱਤੇ ਕੀੜੇ ਦਾ ਤੇ ਫੰਗਸ ਦਾ ਇੰਨਾ ਹਮਲਾ ਹੋ ਚੁੱਕਾ ਆ ਤੇ ਨਾ ਉਹਦੀਆਂ ਦਵਾਈਆਂ ਖਰੀਦਣ ਲਈ ਸਾਡੇ ਕੋਲ ਪੈਸੇ ਆ। ਇਸ ਕਰਕੇ ਅਸੀਂ ਆਪਣੇ ਹੀ ਪੈਸੇ ਮੰਗ ਰਹੇ ਹਾਂ, ਕੋਈ ਲੋਨ ਨਹੀਂ ਅਸੀਂ ਮੰਗ ਰਹੇ, ਕੋਈ ਸਰਕਾਰ ਕੋਲੋਂ ਨਹੀਂ ਮੰਗ ਰਹੇ ਅਸੀਂ ਸਾਨੂੰ ਸਬਸਿਡੀ ਦਿਓ। ਸਾਡੇ ਜਿਹੜੇ ਪੈਸੇ ਆ ਸਾਨੂੰ ਉਹੀ ਦਵਾ ਦਿੱਤੇ ਜਾਣ, ਬੜੀ ਇਹਨਾਂ ਦੀ ਮਿਹਰਬਾਨੀ ਹੋਵੇਗੀ ਸਰਕਾਰ ਦੀ। ਪਰ ਸਰਕਾਰ ਹੱਲੇ ਤੱਕ ਵੀ ਕੋਈ ਭਰੋਸਾ ਨਹੀਂ ਬਿਲਕੁਲ ਕਿਸਾਨਾਂ ਨੂੰ ਦਿੱਤਾ। ਕੱਲ ਵੀ ਪੰਚਾਇਤ ਮੰਤਰੀ ਸਾਹਿਬ ਕਹਿੰਦੇ ਸੀ ਮੈਂ ਆਊਂਗਾ, ਉਹ ਵੀ ਨਹੀਂ ਪਹੁੰਚੇ। ਅੱਜ ਵੀ ਹੁਣ ਸਾਡੇ ਜਿਹੜੇ ਖੇਤੀ ਮੰਤਰੀ ਆ ਉਹ ਕਹਿ ਰਹੇ ਸੀ ਵੀ ਮੈਂ ਆਊਂਗਾ, ਪਰ ਹੱਲੇ ਤੱਕ ਕੋਈ ਵੀ ਸਿਰੇ ਤੇ ਗੱਲ ਨਹੀਂ ਲੱਗੀ। ਪ੍ਰਸ਼ਾਸਨ ਵੱਲੋਂ ਬਿਲਕੁਲ ਅਣਗੌਲ ਕੇ ਕਿਸਾਨਾਂ ਨੂੰ ਤੇ ਮਿੱਲ ਮਾਲਕਾਂ ਦੇ ਨਾਲ ਰਲੀ ਮਿਲੀ ਭਿਗਤ ਦੇ ਨਾਲ ਚੱਲ ਰਹੇ ਆ। ਹਾਂਜੀ, ਤੇ ਸਾਰੇ ਜਿੰਨੇ ਵੀ ਕਿਸਾਨ ਵੀਰ ਆ ਇੱਥੇ ਵੱਧ ਚੜ ਕੇ ਆ ਰਹੇ ਆ, ਔਰ ਹੋ ਸਕਦਾ ਜੇ ਅਗਲੇ ਥੋੜੇ ਦਿਨਾਂ ਦੇ ਵਿੱਚ ਨਹੀਂ ਇਹਦਾ ਹੱਲ ਕੱਢਿਆ ਗਿਆ ਤਾਂ ਸੰਘਰਸ਼ ਨੂੰ ਵੱਡੇ ਪੱਧਰ ਤੇ ਕਰਨ ਦੀ ਵੀ ਤਿਆਰੀ ਹੈ। ਇਹਨੂੰ ਸਿੰਘੂ ਮੋਰਚੇ ਦੀ ਤਰਜ਼ ਤੇ ਅੱਜ ਵੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਆ, ਵੀ ਸਿੰਘੂ ਮੋਰਚੇ ਦੀ ਤਰਜ਼ ਤੇ ਹੀ ਆਪਣਾ ਸਰਕਲਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਵੀ ਲੰਬੇ ਸਮੇਂ ਲਈ ਧਰਨਾ ਚੱਲਣ ਦੇ ਜਿਹੜੇ ਚਾਂਸ ਹੈਗੇ ਆ ਬਹੁਤ। ਜੀ ਧੰਨਵਾਦ। ਸੋ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਿੰਘੂ ਦੀ ਤਰਜ਼ ਤੇ ਇਸ ਨੂੰ ਇੱਕ ਵੱਡੇ ਸੰਘਰਸ਼ ਦਾ ਰੂਪ ਦਿੱਤਾ ਜਾ ਸਕਦਾ ਹੈ ਜੇਕਰ ਕੋਈ ਹੱਲ ਸਰਕਾਰ ਵੱਲੋਂ ਨਹੀਂ ਕੱਢਿਆ ਜਾਂਦਾ। ਹਾਲਾਂਕਿ ਬੀਤੇ ਦਿਨੀ ਡੀਸੀ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਸਨ ਕਿ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣ ਜੋ ਵੀ ਇਸ ਮਿੱਲ ਦੇ ਮਾਲਕ ਦੇ ਨਾਮ ਦੇ ਉੱਪਰ ਨੇ। ਸੋ ਆਓ ਅੱਗੇ ਚੱਲਦੇ ਹਾਂ ਤੇ ਹੋਰ ਕਿਸਾਨਾਂ ਦੇ ਨਾਲ ਕਰਦੇ ਹਾਂ ਗੱਲਬਾਤ। ਢਾਡੀ ਇਕਬਾਲ ਸਿੰਘ ਬੈਂਸ ਵੀ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ, ਜਿਹੜੇ ਆਪਣੀ ਗੱਲਬਾਤ ਦੇ ਜ਼ਰੀਏ ਭਾਸ਼ਣ ਦੇ ਜ਼ਰੀਏ ਸਰਕਾਰ ਤੇ ਤੰਜ਼ ਕੱਸਦੇ ਨੇ ਰਹਿੰਦੇ ਨੇ ਤੇ ਸਵਾਲ ਚੱਕਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਖਾਲਸਾ ਜੀ, ਮੁਸ਼ਕਲਾਂ ਕਈ ਤਰ੍ਹਾਂ ਦੀਆਂ ਦਰਪੇਸ਼ ਨੇ। ਮੌਜੂਦਾ ਸਥਿਤੀ ਦੀ ਗੱਲ ਕਰ ਦਿੰਦੇ ਆ। ਸਿਆਣੇ ਕਹਿੰਦੇ ਨੇ ਜਿਸ ਵਿਆਹ 'ਚ ਜਾਈਏ ਉਹਦੀਆਂ ਘੋੜੀਆਂ ਗਾਉਣੀਆਂ ਚਾਹੀਦੀਆਂ। ਸੋ ਮੌਜੂਦਾ ਸਮੇਂ ਦੀ ਗੱਲ ਕਰਦੇ, 72 ਕਰੋੜ ਰੁਪਏ ਦਾ ਕਰਜ਼ਾ ਹੈ ਇਸ ਮਿੱਲ ਦੇ ਸਿਰ, ਪਰ ਪ੍ਰਸ਼ਾਸਨ ਤੇ ਸਰਕਾਰ ਦੋਵੇਂ ਚੁੱਪ ਨੇ, ਕਿਸਾਨ ਸੜਕਾਂ ਦੇ। ਅਸਲ ਵਿੱਚ ਜਿਹੜਾ 72 ਕਰੋੜ ਦਾ ਬਕਾਇਆ ਮਿੱਲ ਵਾਲ ਜਮ੍ਹਾਂ ਹੋ ਗਿਆ, ਉਹ ਅੱਜ ਨਹੀਂ ਹੋ ਗਿਆ। ਇਹ ਪਿਛਲੇ 4 ਸਾਲਾਂ ਤੋਂ ਕਵੈਤ ਚੱਲਦੀ ਆ ਰਹੀ ਆ। ਸਾਨੂੰ ਇਹ ਗੱਲ ਕਹਿੰਦੇ ਆ ਪਿਛਲਾ ਐਤਕੀ ਗੰਨਾ ਸੈੱਟ ਤੋਂ ਮਗਰਲਾ ਪਾ ਦਿਆਂਗੇ, ਗਾਂ ਦਾ ਤੁਹਾਨੂੰ ਨਕਦ ਦੇ ਦਿਆਂਗੇ। ਜ਼ਿਮੀਂਦਾਰ ਫਿਰ ਗੰਨਾ ਲੈ ਆਉਂਦੇ ਆ, ਫਿਰ ਉਹ ਵੀ ਪੈਸਾ ਰੁਕ ਜਾਂਦਾ। ਫਿਰ ਕਹਿੰਦੇ ਆ ਪਿਛਲੀਆਂ ਕਿਸ਼ਤਾਂ ਜਾਰੀ ਕਰ ਦਿਆਂਗੇ, ਅਗਲਾ ਪਾ ਦਿਆਂਗੇ। ਜ਼ਿਮੀਂਦਾਰ ਫਿਰ ਗੰਨਾ ਲੈ ਆਉਂਦੇ ਆ। ਇਸ ਤਰੀਕੇ ਨਾਲ ਮਿੱਲ ਚੱਲੀ ਗਈ, ਪਰ ਮਿੱਲ ਦੀ ਜਿਹੜੀ ਖੰਡ ਸੀ ਉਹ ਸਾਰੀ ਦੀ ਸਾਰੀ ਇਹ ਵੇਚ ਕੇ ਖਾ ਗਿਆ, ਪਰ ਜ਼ਿਮੀਂਦਾਰ ਦਾ ਪੈਸਾ ਦਿੱਤਾ ਨਹੀਂ। ਉਹਨਾਂ ਨੇ ਆਪਣੀਆਂ ਪ੍ਰਾਪਰਟੀਆਂ ਸ਼ਹਿਰਾਂ ਦੇ ਦੁਆਲੇ ਹੋਰ ਬਣਾ ਲਈਆਂ। ਜਦੋਂ ਪਹਿਲਾਂ ਵੀ ਧਰਨਾ ਲੱਗਾ ਗੰਨਾ ਮਿੱਲਾਂ ਦੇ ਖਿਲਾਫ, ਉਦੋਂ ਕੀ ਕਰਦੇ, ਇੱਕ ਛੋਟਾ ਜਿਹਾ ਲੋਲੀਪੌਪ 2-400 ਕਰੋੜ ਦਾ, ਜਿੱਦਾਂ ਮਤਲਬ ਹੁਣ ਸਾਰਾ ਇਹਨਾਂ ਦੇ ਮਗਰ ਬਣਦਾ, ਉਹਦਾ ਇੱਕ ਹਿੱਸਾ ਵੀ ਨਹੀਂ ਦਿੰਦੇ। ਮਤਲਬ 4 ਕਰੋੜ 3-4 ਕਰੋੜ ਵੀ ਇਹ ਪਾਉਂਦੇ ਨਹੀਂ ਪੂਰਾ। ਫਿਰ ਇਦਾਂ ਵੀ ਹੋ ਜਾਂਦੀ ਆ, ਕਈ ਵਾਰੀ ਇਹ ਦੇਖਦੇ ਆ ਵੀ ਜਿਹੜੇ ਲੀਡਰ ਮੂਹਰੇ ਹੋ ਕੇ ਚੱਲਦੇ ਆ ਵੀ ਉਹਨਾਂ ਦੇ ਪੈਸੇ ਪਾ ਦਿਓ, ਉਹ ਚੁੱਪ ਕਰ ਜਾਣਗੇ। ਪਰ ਇਦਾਂ ਹੋ ਨਹੀਂ ਸਕਦੀ, ਕਿਉਂਕਿ ਅਸੀਂ ਉਹਨਾਂ ਦੇ ਵਿੱਚ ਰਹਿੰਦੇ, ਜਿਹੜੇ ਬੰਦੇ ਸਾਡੇ ਲੀਡਰ ਆ ਸਾਡੇ ਵਿੱਚ ਰਹਿੰਦੇ ਆ, ਉਹ ਇਦਾਂ ਕਰ ਨਹੀਂ ਸਕਦੇ। ਇਹ ਮਿਲਣਾ ਦਾ ਇੱਕ ਸਖਾਲਾ ਜਿਹਾ ਨਹੀਂ ਕੰਮ ਹੀ ਸਮਝ ਲਿਆ ਵੀ ਜਦੋਂ ਵੋਟਾਂ ਹੁੰਦੀਆਂ ਆ ਐਮਐਲਏ ਨੂੰ ਐਮਪੀ ਨੂੰ ਥੋੜ੍ਹੇ ਜਿਹੇ ਪੈਸੇ ਦਿਓ ਤੇ ਜਿਹੜਾ ਆਪਣਾ ਮਾਮਲਾ ਉਹਨੂੰ ਦਬਾ ਦਿਓ। ਇਸੇ ਤਰ੍ਹਾਂ ਰਾਣਾ ਗੁਰਜੀਤ ਕਰ ਰਿਹਾ, ਉਹਦੀ ਆਪਦੀ ਮਹਿਲਾ ਸਰਕਾਰ 'ਚ ਸੀ, ਉਹਨੇ ਕਿਹੜਾ ਸਾਰੇ ਦੇਤੇ। ਚਲੋ ਸਰਕਾਰ ਤੋਂ ਅਸੀਂ ਲੈਣੇ ਆ। ਜੇ ਅਸੀਂ ਬਾਅਦ ਦੀ ਗੱਲ ਕਰੀਏ, ਬਾਅਦ ਅਕਾਲੀਆਂ ਦੀ ਸਰਕਾਰ ਵਿੱਚ ਉਹਨਾਂ ਦਾ ਕਮੇਟੀ ਮੈਂਬਰ ਸੀਗਾ, ਕੋਰ ਕਮੇਟੀ ਦਾ ਮੈਂਬਰ ਸੀ, ਤੇ ਇਹਨੇ ਕਿਹੜਾ ਸਾਨੂੰ ਦੇਤੇ। ਇਹ ਜਿਹੜੇ ਚੋਰ ਨੇ ਨਾ ਵੱਡੇ ਵੱਡੇ ਮਿੱਲਾਂ ਵਾਲੇ, ਇਹਨਾਂ ਦੇ ਹੱਥ ਸਰਕਾਰ ਵਿੱਚ ਸਿੱਧੇ ਨੇ। ਜਾਂ ਆਪਾਂ ਇਹ ਵੀ ਕਹਿ ਸਕਦੇ ਕਿ ਜਿਵੇਂ ਪੂੰਜੀਵਾਦ ਨੂੰ ਬੜਾਵਾ ਦੇਣ ਲਈ ਸਰਕਾਰਾਂ ਕੰਮ ਕਰਦੀਆਂ ਹੀ ਆ, ਕਿਉਂਕਿ ਵੋਟਾਂ ਵੇਲੇ ਵੱਡੀਆਂ ਰਾਸ਼ੀਆਂ ਦਿੱਤੀਆਂ ਹੁੰਦੀਆਂ ਸੀ, ਉਹਨਾਂ ਦਾ ਹੱਕ ਅਦਾ ਕਰਦੀਆਂ ਆਪਣੇ ਕੰਮਾਂ ਦਾ। ਉਸੇ ਤਰ੍ਹਾਂ ਇਹ ਸਾਰਾ ਜਿੰਨਾ ਸੇਮ ਸਿਸਟਮ ਆ, ਥੱਲੇ ਵੀ ਉਹੀ ਆ, ਉੱਤੇ ਸੈਂਟਰ ਸਰਕਾਰ 'ਚ ਵੀ ਉਹੀ ਆ। ਜੇ ਹੁਣ ਪੰਜਾਬ ਸਰਕਾਰ ਨਹੀਂ ਦੇ ਰਹੀ, ਸੈਂਟਰ ਸਰਕਾਰ ਨੂੰ ਤਾਂ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਆ ਮਸਲਾ ਚੱਲਦਾ ਆ, ਇਹਨੂੰ ਸੁਲਝਾਇਆ ਜਾ ਸਕਦਾ, ਮੋਦੀ ਕਰ ਦੇਵੇ। ਨਹੀਂ ਕਰ ਸਕਦਾ, ਕਿਉਂਕਿ ਉਹ ਵੱਡੇ ਕਾਰਪੋਰੇਟਰ ਘਰਾਣਿਆਂ ਨਾਲ ਹਮਾਇਤ ਰੱਖਦਾ, ਇਹ ਜਰਾ ਛੋਟਿਆਂ ਨਾਲ ਰੱਖਦੇ ਆ। ਇਹ ਸੂਬੇ ਦੇ ਹਿਸਾਬ ਨਾਲ ਰੱਖਦਾ, ਉਹ ਦੇਸ਼ ਦੇ ਹਿਸਾਬ ਨਾਲ ਰੱਖਦਾ। ਬਸ ਇੱਥੇ ਕੀ ਗੱਲ ਰੁਕੀ ਆ। ਇਹਨਾਂ ਨੇ ਪੈਸੇ ਵੀ ਆ ਜਿਹੜੇ ਜੇ ਪਾਏ ਵੀ, ਉਹ ਕਹਿੰਦੇ ਹੁੰਦੇ ਇੱਕ ਛੜਿਆਂ ਦੀ ਕਹਾਵਤ ਆ, ਬੱਕਰੀ ਨੇ ਅੱਜ ਦੁੱਧ ਦਿੱਤਾ, ਉਹ ਜਦੋਂ ਪੁੰਡ ਲੱਗੇ ਤੇ ਵਿੱਚੋਂ ਮੀਂਗਣਾ ਨਿਕਲੀਆਂ। ਧਰਨਾ ਲਾ ਲਈਦਾ ਆ, ਧਰਨੇ ਦੇ ਵਿੱਚ ਵਾਅਦੇ ਕਰ ਲੈਂਦੇ ਨੇ, ਜਦੋਂ ਸਾਨੂੰ ਉਹ ਵਾਅਦੇ ਅਸੀਂ ਖੋਲ੍ਹ ਕੇ ਦੇਖੀ ਤੇ ਉਹ ਮੀਂਗਣਾ ਹੀ ਹੁੰਦੀਆਂ, ਉੱਥੋਂ ਦੁੱਧ ਨਹੀਂ ਨਿਕਲਦਾ। ਇਹ 'ਚ ਐ ਨਹੀਂ ਲੱਗਦਾ ਵੀ ਕਿਸਾਨ ਦੀ ਵੀ ਗਲਤੀ ਹੈ ਜੇ 1 ਸਾਲ ਰੁਕ ਗਿਆ, ਦੂਸਰੇ ਦੇ ਨਾ ਦੂਸਰੇ ਸਾਲ ਨਾ ਲਿਜਾਣ। ਹੁਣ ਤਾਂ 3 ਸਾਲ ਦਾ ਪਿੱਛੇ ਬਕਾਇਆ ਰਹਿ ਗਿਆ। ਇਹ 'ਚ ਕਿਸਾਨ ਦੀ ਕਿੰਨੀ ਗਲਤੀ ਹੈ? ਫਿਰ ਸਰਕਾਰ ਇੱਕ ਪਾਸੇ ਕਹਿੰਦੀ ਆ ਤੁਸੀਂ ਫਸਲ ਦਾ ਬਦਲ ਕਰੋ,
ਝੋਨੇ ਕਣਕ ਦਾ ਬਦਲਤਾ ਕਮਾਦ ਆ ਜਾਂ ਹੋਰ ਦਾਲਾਂ ਨੇ, ਇਦਾਂ ਦੀਆਂ ਫਸਲਾਂ ਨੇ। ਹੁਣ ਕਮਾਦ ਜਿਹੜੀ ਮੰਨ ਲਓ ਆਪਾਂ 2 ਸਾਲ ਪਿਛਲੇ ਗੰਨਾ ਸਿੱਟ ਦਿੱਤਾ, ਸਰਕਾਰ ਮਿੱਲ ਮਾਲਕ ਨੇ ਕਹਿਤਾ ਮੈਂ ਅਗਲੇ ਸਾਲ ਤੁਹਾਨੂੰ ਪੈਸੇ ਦਊਂਗਾ। ਆਪਾਂ ਗੰਨਾ ਜਿਹੜਾ ਕਈਆਂ ਦੇ ਮੋਢਾ ਖੜਾ, ਕਈ ਨਵਾਂ ਬੀਜਦੇ ਨੇ, ਕਈ ਵਾਹ ਦਿੰਦੇ ਨੇ। ਜਿਹੜਾ ਜਿੰਨਾ ਬਾਹ ਹੁੰਦਾ ਉਹਨਾਂ ਨਵਾਂ ਬੀਜ ਹੋ ਜਾਂਦਾ, ਮੋਢਾ ਫਿਰ ਬਕਾਇਦਾ ਕਾਇਮ ਹੁੰਦਾ ਆ। ਗੰਨੇ ਦੀ ਮਿਕਦਾਰ ਦਾ ਉਹੀ ਆ। ਹੁਣ ਜਿੰਨਾ ਗੰਨਾ ਇੱਕ ਮਿੱਲ ਖਿੱਚਦੀ ਆ, ਮਤਲਬ ਜੇ ਇਹ ਗੰਨਾ ਸਾਰੀਆਂ ਮਿੱਲਾਂ ਨੂੰ ਵੀ ਅਸੀਂ ਵੰਡ ਕੇ ਦਈਏ ਤਾਂ ਵੀ ਮੇਰਾ ਨਹੀਂ ਖਿਆਲ ਉਹ ਗੰਨਾ ਖਤਮ ਹੋ ਜਾਊਗਾ। ਅਸੀਂ ਜਗਰਾਵਾਂ ਤੱਕ, ਪਾਤਣਾ ਹਰਿਆਣੇ ਦੇ ਬਾਰਡਰ ਤੇ ਮਿਲ ਪੈਂਦੀ ਆ, ਉੱਥੇ ਤੱਕ ਪੰਜਾਬੀਆਂ ਨੇ ਗੰਨਾ ਇੱਥੋਂ ਟੋਇਆ। ਉੱਥੇ ਸਾਨੂੰ ਉਹ ਕਿਰਾਇਆ ਵੀ ਦਿੰਦੇ ਸੀ ਉਸ ਵੇਲੇ 14 ਰੁਪਏ, ਪਰ ਉਦੋਂ ਇਹ ਮਿੱਲਾਂ ਵਾਲੇ ਪਿੱਟਦੇ ਸੀ ਕਿ ਤੁਸੀਂ ਗੰਨਾ ਬਾਹਰ ਕਿਉਂ ਲੈ ਜਾਂਦੇ ਆ। ਫਿਰ ਗੰਨਾ ਇੱਥੇ ਸਿੱਟਣਾ ਸ਼ੁਰੂ ਕੀਤਾ। ਇੱਥੇ ਸਿੱਟਣਾ ਕੀਤਾ, ਸਰਕਾਰ ਨੇ ਨੀਤੀਆਂ ਹੋਰ ਬਣਾਤੀਆਂ ਵੀ ਪਹਿਲਾਂ ਜਿਹੜੇ ਮਿੱਲਾਂ ਦੇ ਬੌਂਡ ਭਰੇ ਆ ਉਹਨੂੰ ਪੂਰਾ ਕਰੋ। ਜਿੱਦਾਂ ਹੁਣ ਮੰਨ ਲਾ ਮੈਂ 15 ਖੇਤਾਂ ਦਾ ਬੌਂਡ ਭਰਤਾ, ਮੈਨੂੰ ਮੇਰੇ 15 ਖੱਤੇ ਗੰਨੇ ਦੇ ਆ, ਉਹ ਉਹਨਾਂ ਨੇ 15 ਖੱਤੇ ਮੈਨੂੰ ਇਹਨਾਂ ਨੂੰ ਦੇਣੇ ਪੈਣੇ ਆ। ਇਹੋ ਜਿਹੇ ਕਈ ਇਹਨਾਂ ਨੇ ਰੂਲ ਲੈ ਆਂਦੇ, ਉਹਦੇ ਅਧੀਨ ਵੀ ਜ਼ਿਮੀਂਦਾਰਾਂ ਨੂੰ ਗੰਨਾ ਸਿੱਟਣਾ ਪੈਂਦਾ। ਪਰ ਸਭ ਤੋਂ ਵੱਡੀ ਮੇਨ ਗੱਲ ਪ੍ਰੋਬਲਮ ਇਹੀ ਆ, ਇੰਨਾ ਜ਼ਿਆਦਾ ਗੰਨਾ ਇੱਕ ਮਿੱਲ, ਵੱਡੀ ਮਿੱਲ ਦਾ ਕੋਟਾ, ਉਹਨੂੰ ਖਪਾਇਆ ਨਹੀਂ ਜਾ ਸਕਦਾ, ਉਹ ਇਸੇ ਮਿੱਲ 'ਚ ਕਾਬੂ। ਬੀਤੇ ਦਿਨੀ ਬਿਜਲੀ ਸੋਧ ਬਿੱਲ ਆਇਆ, ਬਿਜਲੀ ਸੋਧ ਬਿੱਲ 2022 ਉਹ ਆਇਆ, ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ, ਜਿਹਦੇ ਲਈ ਕਿਸਾਨ ਦਿੱਲੀ ਦੀਆਂ ਬਾਰਡਰਾਂ ਤੇ ਵੀ ਸੰਘਰਸ਼ ਕਰਦੇ ਰਹੇ। ਬਕਾਇਦਾ ਚਿੱਠੀ ਦੇ ਵਿੱਚ ਲਿਖ ਕੇ ਲਿਆ ਸੀ ਸੈਂਟਰ ਤੋਂ, ਉਹ ਮੁੜ ਤੋਂ ਪੇਸ਼ ਕਰ ਦਿੱਤਾ। ਸੈਂਟਰ ਦੀ ਕੀ ਨੀਤੀ ਤੇ ਨੀਤ ਹੈ? ਦੇਖੋ ਜੀ, ਇੱਕ ਚੀਜ਼ ਤਾਂ ਤੁਹਾਨੂੰ ਮੰਨ ਲੈਣੀ ਚਾਹੀਦੀ ਆ, ਮੀਡੀਆ ਵਾਲਿਆਂ ਨੂੰ ਵੀ, ਸਾਡੇ ਕਿਸਾਨ ਵੀਰਾਂ ਨੂੰ ਵੀ, ਜਿਹੜੀ ਸੈਂਟਰ ਦੇ ਵਿੱਚ ਸੱਤਾ ਚੱਲ ਰਹੀ ਹੈ ਇਸ ਵੇਲੇ, ਉਹ ਮਾਨਸਿਕ ਤੌਰ ਤੇ ਬਿਮਾਰ ਬੰਦਿਆਂ ਦੀ ਸੱਤਾ ਆ। ਮਾਨਸਿਕ ਤੌਰ ਤੇ ਬਿਮਾਰੀ ਸੀ, ਉਹਨੂੰ ਕਹਿੰਦੇ ਪਾਗਲ ਬੰਦੇ ਜਿਹੜੇ ਹੁੰਦੇ ਆ, ਉਹ ਜਿੱਦਾਂ ਦੇ ਹੌਸ ਹੁੰਦੇ ਉਹਨਾਂ ਦੇ ਵੱਖਰੇ, ਉਹਦੇ ਬਹੁਤ ਗਿਣਤੀ ਹੁੰਦੀ ਆ ਉਹਨਾਂ ਦੀ। ਇਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਮੋਦੀ ਦੇ ਨਾਲ ਜਿਹੜੀ ਪਾਗਲ ਬੰਦਿਆਂ ਦੀ ਗਿਣਤੀ ਆ ਉਹ ਵੱਡੀ ਆ। ਪਾਗਲ ਬੰਦੇ ਹੈ ਕੌਣ? ਸਾਧਵੀ ਪ੍ਰਗਿਆ ਬੰਬ ਕੇਸਾਂ 'ਚ ਅੰਦਰ ਸੀ ਨਾ, ਇਦਾਂ ਦੇ ਕਿੰਨੇ ਨੇ ਜਿਹੜੇ ਉਹਨਾਂ ਨੇ MP MLA ਬਣਾ ਲਏ। ਹੁਣ ਜਿਹੜੇ ਸਾਧੂ ਗੁਰਦੁਆਰਿਆਂ ਦੇ ਵਿੱਚ ਮੰਦਰਾਂ 'ਚ ਬੈਠ ਕੇ ਪੂਜਾ ਕਰਦੇ ਸੀ, ਉਹਨਾਂ ਨੂੰ ਤਾਂ ਉਹਨਾਂ ਨੇ ਕੁਰਸੀਆਂ 'ਤੇ ਬਿਠਾਤਾ। ਫਿਰ ਹੁਣ ਜਿੱਦਾਂ ਦਾ ਬੰਦਾ ਬਿਠਾਓਗੇ ਉੱਦਾਂ ਦਾ। ਹੁਣ ਜੇ ਤੁਸੀਂ ਮੈਨੂੰ ਮੈਕ ਫੜਾ ਦਿਓ, ਮੈਂ ਤੁਹਾਡੇ ਵਾਲੇ ਸਵਾਲ ਪੁੱਛ ਲੂੰ? ਨਹੀਂ, ਇਹ ਪੁੱਛਦਾ। ਪਰ ਜਿਹੜਾ ਕੰਮ ਮੈਂ ਕਰਦਾ ਤੁਸੀਂ ਨਹੀਂ ਕਰ ਸਕਦੇ। ਇੱਕ ਕੈਟਾਗਰੀ ਹੁੰਦੀ ਆ, ਜਿਹੜਾ ਬੰਦਾ ਪੜ੍ਹਿਆ ਲਿਖਿਆ ਆ, ਯੋਗਤਾ ਰੱਖਦਾ, ਉਹ ਮਤਲਬ ਰਿਟਾਇਰ ਟੀਚਰ ਆ, ਉਹਨੂੰ ਅਸੀਂ ਕਦੇ ਵੀ ਦੇਖ ਲਿਓ ਸਰਕਾਰ ਜਿਹੜੇ ਲੀਡਰ ਬਣਦੇ ਵੀ ਆ। ਹੁਣ ਪ੍ਰਗਟ ਸਿੰਘ ਆ ਜਲੰਧਰ ਤੋਂ, ਉਹ ਖਿਡਾਰੀ ਤੌਰ ਤੇ ਜਾਣਿਆ ਜਾਂਦਾ, ਪਰ ਉਹਨੂੰ ਕਦੇ ਖੇਡ ਮਹਿਕਮਾ ਦਿੱਤਾ ਗਿਆ? ਕਿਹਨਾਂ ਨੂੰ ਦਿੱਤਾ ਜਾਂਦਾ? ਜਿਹੜੇ ਸਰਕਾਰ ਨੂੰ ਉਹਦੇ ਵਿੱਚੋਂ ਪੈਸਾ ਕਮਾ ਕੇ ਦੇ ਸਕਦੇ ਆ। ਸਰਕਾਰ ਨੇ ਉੱਦਾਂ ਦੇ ਹੀ ਬੰਦੇ ਭਰਤੀ ਕੀਤੇ ਆ, ਮੈਂਟਲ ਬੰਦੇ, ਜਿਹੜੇ ਮਤਲਬ ਉਹ ਲੋਕਾਂ ਦਾ ਨਹੀਂ ਸੋਚਦੇ, ਉਹ ਸਿਰਫ ਆਪਣੇ ਢਿੱਡ ਦਾ, ਆਪਣੇ ਪਰਿਵਾਰ ਦਾ, ਆਪਣੀ ਸਰਕਾਰ ਦਾ ਸੋਚਦੇ ਆ। ਪੈਸਾ ਇਕੱਠਾ ਕਰਨਾ, ਇਹ ਤੋਂ ਸਿਵਾਏ ਇਹਨਾਂ ਦੇ ਕੋਲ ਹੋਰ ਕੁਝ ਨਹੀਂ ਹੈਗਾ। ਨੀਤੀਆਂ ਬਣਾਉਣੀਆਂ ਔਰ ਨੀਤੀਆਂ ਲਾਗੂ ਕਰਨੀਆਂ। ਅੱਛਾ, ਇੱਕ ਗੱਲ ਹੋਰ ਦੱਸੋ ਮੈਨੂੰ, ਸਰਕਾਰ ਦੇ ਇਸ ਵੇਲੇ ਭਾਰਤ ਦੇਸ਼ ਦੇ ਸਭ ਤੋਂ ਵੱਡੇ ਕਮਾਊ ਅਦਾਰੇ ਕਿਹੜੇ ਆ? 4 ਅਦਾਰੇ ਕਿਹੜੇ ਆ ਕਮਾਊ? ਤੁਸੀਂ ਦੱਸ ਸਕਦੇ ਹੋ? ਏਅਰਪੋਰਟ ਸਭ ਤੋਂ ਵੱਡਾ ਕਮਾਊ ਅਦਾਰਾ ਭਾਰਤ ਦਾ। ਵਰਲਡ ਦੇ ਵਿੱਚੋਂ ਲੋਕ ਉਤਰਦੇ ਤੇ ਚੜ੍ਹਦੇ, ਆਪਾਂ ਟਿਕਟ ਦੇ ਵਿੱਚ ਏਅਰਪੋਰਟ ਦੀ ਫੀਸ ਦਿੰਦੇ ਆ। ਪਲੇਨ ਲੱਗਦਾ ਉਹਦੀ ਫੀਸ ਲੱਗਦੀ ਹੈ ਨਾ। ਉਹ ਜਿਹੜਾ ਅੰਮ੍ਰਿਤਸਰ ਦਾ ਏਅਰਪੋਰਟ ਫੇਲ ਹੋਇਆ, ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਇਹੀ ਸੀ ਕਿ ਜਿਹੜੇ ਦਿੱਲੀ ਰੁਕਦੇ ਸੀ ਪਲੇਨ, ਉਹ ਇੱਥੇ ਰੁਕਣ ਲੱਗ ਪਏ। ਉਹ ਸਾਡੇ ਦੀ ਜਿਹੜੀ ਏਅਰਪੋਰਟ ਦੀ ਫੀਸ ਸੀ ਉਹ ਘਟਣੀ ਸ਼ੁਰੂ ਹੋ ਗਈ। ਜਦੋਂ ਅੱਡਾ ਲਾਸ ਵਿੱਚ ਜਾਂਦਾ ਦੇਖਿਆ ਇਹਨਾਂ ਨੇ ਅੰਮ੍ਰਿਤਸਰ ਦਾ ਏਅਰਪੋਰਟ ਬੰਦ ਕਰਤਾ। ਜੇ ਸਿੱਧੀਆਂ ਫਲਾਈਟਾਂ ਕੈਨੇਡਾ ਨੂੰ ਜਾਂਦੀਆਂ, ਇੰਗਲੈਂਡ ਨੂੰ ਜਾਂਦੀਆਂ, ਬੰਦ ਕਰਤੇ। ਉਹ ਇੱਥੋਂ ਚਲੂਗੀ, ਉਹਨੂੰ ਦਿੱਲੀ ਰੁਕਣਾ ਹੀ ਪਊਗਾ, ਉਹਨੂੰ ਅੱਡਾ ਫੀਸ ਦੇਣੀਓ ਹੀ ਪੈਣੀ ਆ। ਉਹਨੂੰ ਉੱਥੇ ਦਿੱਤੇ ਬਿਨਾਂ, ਜਾਣੀ ਜਿਹਨੂੰ ਆਪਾਂ ਕਹਿ ਲਈਏ ਟੂਲ ਟੈਕਸ, ਮਤਲਬ ਉਹ ਦੇਣਾ ਹੀ ਪੈਣਾ। ਇੱਦਾਂ ਹੁੰਦੀਆਂ। ਹੁਣ ਉਹ ਕਿੰਨੀ ਆਮਦਨ ਹੁੰਦੀ ਆ ਏਅਰਪੋਰਟਾਂ ਦੀ? ਕਿੱਥੇ ਏਅਰਪੋਰਟ ਕਿਹਦੇ ਕੋਲ ਆ? ਸਰਕਾਰ ਕੋਲ ਏਅਰਪੋਰਟ ਹੈਗਾ? ਵਪਾਰਕ ਅਦਾਰਿਆਂ ਕੋਲ ਆ? ਰੇਲਵੇ ਸਟੇਸ਼ਨ, ਰੇਲ ਦਾ ਇੱਕ ਆਪਣਾ ਬਜਟ ਹੈ ਵੱਖਰਾ। ਭਾਰਤ ਸਰਕਾਰ ਦਾ ਬਹੁਤ ਵੱਡਾ ਬਜਟ ਰੇਲ ਦਾ ਆਪਣਾ ਆ। ਤੇ ਰੇਲ ਕਿੱਥੇ ਆ? ਆ ਜਿਹੜਾ ਦੂਰ ਸੰਚਾਰ ਮਹਿਕਮਾ, BSNL, TV ਚੈਨਲ ਜਿੰਨੇ ਸੀ, ਹੁਣ ਇੱਕ ਐਡ ਆਉਣੀ ਆ, ਉਹ BSNL ਤੇ ਆਉਣੀ ਸੀ, ਸਾਡੇ ਖੇਤਰੀ ਦੂਰਦਰਸ਼ਨ ਚੈਨਲਾਂ ਤੇ ਆਉਣੀ ਸੀ। ਉਸ ਐਡ ਨੇ ਕਰੋੜਾਂ ਰੁਪਈਆ, ਪ੍ਰਧਾਨ ਮੰਤਰੀ ਦੇ ਇੱਕ ਬੋਲਦਾ ਕਰੋੜਾਂ ਰੁਪਈਆ ਇਹਨਾਂ ਨੂੰ ਭਰਨਾ ਸੀ। ਉਹ ਇਹਨਾਂ ਦੇ ਵਾਅਦੇ ਦੇ ਕਾਮਯਾਬ ਹੋਣਾ ਸੀ ਇਹਨਾਂ ਨੇ, ਪਰ ਉਹ ਗਿਆ ਕਿੱਥੇ? ਉਹ ਸਾਰਾ ਜੀਓ ਚੈਟ ਚਲੇ ਗਈ। ਹੁਣ ਉਹ BSNL ਜਿਹੜਾ ਉਹ ਵੀ ਪ੍ਰਾਈਵੇਟ ਕਰਤਾ ਇਹਨਾਂ ਨੇ। ਵੱਡੀਆਂ ਵੱਡੀਆਂ ਹੁਣ ਆਫਰਾਂ ਆਉਂਦੀਆਂ ਲੱਗ ਪਈਆਂ। ਹੁਣ ਇਸੇ ਤਰ੍ਹਾਂ PWD ਕਿੰਨਾ ਕਮਾਈ ਕਰਦਾ ਸੀ ਪੰਜਾਬ ਲਈ। ਅੱਜ ਜੇ ਟੂਲ ਟੈਕਸ ਸਰਕਾਰ ਚਲਾਵੇ, ਅੱਜ ਜੇ ਰੋਡਾਂ ਦਾ ਕੰਮ ਪਹਿਲਾਂ ਵਾਂਗੂ PWD ਸਰਕਾਰ ਕਰੇ, ਇਹਦੇ ਵਿੱਚ ਕਿੰਨੇ ਸਾਡੇ, ਮੈਂ ਆਪਣੇ ਪਿੰਡ ਦੀ ਦੱਸਣ ਲੱਗਾ, 14 ਬੰਦੇ ਮੇਰੇ ਪਿੰਡੋਂ ਨੌਕਰੀ ਜਾਂਦੇ ਸੀ ਸਰਕਾਰੀ, ਬੇਲਦਾਰ, ਸੜਕ ਮਹਿਕਮੇ 'ਚ, ਟੀਚਰ, ਪੁਲਿਸ ਵਿੱਚ, ਬਿਜਲੀ ਮਹਿਕਮੇ 'ਚ।
ਅੱਜ 2 ਕੁੜੀਆਂ ਆ, ਉਹਨਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਮਿਲੀ ਆ। ਮਤਲਬ ਸਰਕਾਰੀ ਅਦਾਰੇ ਸਾਰੇ ਦੇ ਸਾਰੇ ਜਿੰਨੇ ਕਮਾਊ ਪੁੱਤ ਸੀਗੇ, ਕਮਾਊ ਕੱਲੇ ਸਰਕਾਰ ਵਾਸਤੇ ਨਹੀਂ ਸੀਗੇ, ਕਮਾਊ ਜਨਤਾ ਲਈ ਵੀ ਸੀ। ਹੁਣ ਆਹ ਮੁੰਡੇ ਖੜੇ, ਇਹਨਾਂ ਦੀ ਸਰਕਾਰ ਤਨਖਾਹ ਦਿੰਦੀ ਆ 40-45 ਹਜ਼ਾਰ ਤਨਖਾਹ ਆ। ਕੱਲ੍ਹ ਨੂੰ ਪ੍ਰਾਈਵੇਟ ਨੂੰ ਭਰਤੀ ਕਰ ਦਿਓ, ਕਿੱਡਾ ਮੁੰਡਾ ਆ ਜਾ ਇਹਨੂੰ 5000 ਤੋਂ ਉੱਤੇ ਦੇਣ ਤਾਂ ਗੱਲ ਕਰੇ, ਹੋ ਜੂਗਾ ਨਹੀਂ ਹੋਊਗਾ? ਹੋ ਰਿਹਾ ਨਾ। ਜਿਹੜੇ ਮੁੰਡੇ ਸਾਡੇ ਪੜ੍ਹੇ ਲਿਖੇ ਆ, ਜਿਨ੍ਹਾਂ ਦੇ ਕੋਲੇ ਡਿਗਰੀਆਂ ਅੱਡੀਆਂ, ਉਹ ਬੜੀਆਂ ਕੰਪਨੀਆਂ 'ਚ ਇੰਜੀਨੀਅਰ ਬਣਨ ਦੇ ਯੋਗ ਆ, ਔਰ 5-5 6-6 ਹਜ਼ਾਰ ਤੇ ਪ੍ਰਾਈਵੇਟ ਅਦਾਰਿਆਂ 'ਚ ਜੌਬ ਕਰਦੇ ਆ। ਕਿੱਦਾਂ ਹੋ ਸਕਦਾ? ਢਾਂਚਾਗਤ ਸਮੱਸਿਆ ਹੈ, ਇੱਕ ਢਾਂਚਾ ਜਿਹੜਾ ਸੀ ਸਾਰਾ ਹੀ ਇਹਨਾਂ ਨੇ, ਉਹ ਮੈਂਟਲ ਬੰਦੇ ਆ ਜਿਹੜੇ ਸੱਤਾ 'ਚ ਬੈਠੇ ਆ, ਉਹ ਇਹ ਚੀਜ਼ ਨੂੰ ਨਹੀਂ ਸੋਚਦੇ। ਉਹ ਤਾਂ ਸਿਰਫ ਇਹ ਸੋਚਦੇ ਆ ਵੀ ਮੈਂ ਠੇਕੇ ਤੇ ਚੜਾਤਾ, ਉਹਦੇ ਵਿੱਚੋਂ ਮੈਨੂੰ ਹਿੱਸਾ ਆ ਗਿਆ। ਬੰਦਿਆਂ ਮੇਰਿਆਂ ਦਾ ਜਿਹੜੇ ਐਮਐਲਏ ਐਮਪੀ ਉਹਨਾਂ ਦੀਆਂ ਤਨਖਾਹਾਂ ਚਲੇ ਗਈਆਂ, ਉਹਨਾਂ ਦੇ ਬਾਹਰ ਆਉਣ ਜਾਣ ਦੇ ਪੱਤੇ ਨਿਕਲ ਗਿਆ, ਗੱਲ ਖਤਮ। ਸੋ ਇਹ ਚੀਜ਼ਾਂ ਵਾ ਜਿਹੜੀਆਂ ਹੁਣ ਟੂਲ ਟੈਕਸਾਂ ਤੋਂ ਅਸੀਂ ਕਿੰਨੇ ਦੁਖੀ ਆ। ਟੂਲ ਟੈਕਸ ਦਾ ਇੱਕ ਮਿਆਦ ਹੁੰਦੀ ਟੂਲ ਟੈਕਸ ਦੀ, 2012 ਦੀ ਇਸ ਟੂਲ ਟੈਕਸ ਦੀ ਮਿਆਦ ਆ। ਹਾਲਾਂਕਿ ਟੂਲ ਟੈਕਸ ਜਿਹੜਾ ਲਾਡੋਵਾਲ ਦਾ ਇੱਥੇ ਦਾ ਨਹੀਂ ਹੈਗਾ, ਇਹ ਦਰਾਹੇ ਦਾ, ਦਰਾਹੇ ਤੋਂ ਪੱਟ ਕੇ ਲਿਆ ਕੇ ਇੱਥੇ ਲਾਇਆ ਹੋਇਆ। ਔਰ ਉਹ ਟੂਲ ਟੈਕਸ ਅਸੀਂ ਬੇਫਜ਼ੂਲ ਦੇ ਰਹੇ ਹਾਂ। ਜਿਹੜੇ 20 ਕਿਲੋਮੀਟਰ ਏਰੀਏ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਵੀ ਨਹੀਂ ਛੱਡਦੇ। 2012 ਦਾ ਉਹਦਾ ਟਾਈਮ ਆ ਜਿਹੜਾ ਪੂਰਾ ਹੋ ਚੁੱਕਾ। ਉਸ ਤੋਂ ਬਾਅਦ ਵੀ ਧੱਕੇ ਨਾਲ ਚੱਲ ਰਿਹਾ। ਕਿਉਂ ਚੱਲ ਰਿਹਾ? ਕਿਉਂਕਿ ਪ੍ਰਾਈਵੇਟ ਅਦਾਰੇ ਨੂੰ ਦਿੱਤਾ। ਪ੍ਰਾਈਵੇਟ ਅਦਾਰਾ ਕੌਣ ਆ? ਅਮਿਤ ਸ਼ਾਹ ਦਾ ਪੁੱਤ, ਉਹਦਾ ਮੁੰਡਾ, ਇਹ ਉਹਦੇ ਆ। ਰੋਹਨ ਰਾਜਦੀਪ ਹੋਰ ਕਿਸੇ ਦੇ ਆ। ਜਿਹੜੇ ਆ ਨੈਸ਼ਨਲ ਹਾਈਵੇਆਂ ਦੇ ਟੂਲ ਪਲਾਜ਼ੇ ਆ, ਉਹ ਸਾਰੇ ਇਹਦੇ ਆ, ਅਮਿਤ ਸ਼ਾਹ ਦੇ ਪੁੱਤਰ ਦੇ ਆ। ਇਹ ਚੀਜ਼ਾਂ ਜਿਹੜੀਆਂ ਨੇ, ਇਹਨਾਂ ਨੂੰ ਅਸਲ ਵਿੱਚ ਤਾਂ ਆਮ ਲੋਕਾਂ ਤੱਕ ਇਹ ਗੱਲ ਜਾਂਦੀ ਨਹੀਂ। ਜੇ ਚਲੇ ਵੀ ਜਾਵੇ ਤੇ ਉਹਨੂੰ ਪ੍ਰਚਾਰ ਨਹੀਂ ਹੋਣ ਦਿੱਤਾ। ਜਿਹੜਾ ਪ੍ਰਚਾਰਦਾ ਆ, ਉਹਨੂੰ ਦੇਸ਼ ਧਰੋਹੀ ਦਾ ਕੇਸ ਪਾ ਕੇ ਅੰਦਰ ਠੋਕ ਦਿੰਦੇ ਆ, ਗੱਲ ਠੱਪ ਹੋ ਜਾਂਦੀ ਆ ਤੇ ਚੋਰ ਆਪਣੇ ਨਜ਼ਾਰੇ ਲੈਂਦੇ ਆ। ਸਮੱਸਿਆ ਕਿੱਥੇ ਹੈ? ਚਲੋ ਤੁਸੀਂ ਬਹੁਤ ਚੰਗੀ ਤਰ੍ਹਾਂ ਵਿਆਖਿਆ ਕਰਦੇ ਹੋ ਹਰੇਕ ਚੀਜ਼ ਦੀ। ਇੱਕ ਹੋਰ ਗੱਲ ਜਾਣਨਾ ਚਾਹਾਂਗਾ, ਸਮੱਸਿਆ ਕਿੱਥੇ ਆਉਂਦੀ ਹੈ? ਜੇ ਆਪਾਂ ਬਾਰ-ਬਾਰ ਇੱਕੋ ਗੱਲ ਕਰਦੇ ਹਾਂ ਕਿ ਪ੍ਰਾਈਵੇਟ ਅਦਾਰਿਆਂ ਨੂੰ ਫਾਇਦਾ ਦਿੱਤਾ ਜਾਂਦਾ ਹੈ, ਪ੍ਰਾਈਵੇਟ ਅਦਾਰਿਆਂ ਨੂੰ ਫਾਇਦਾ ਦਿੱਤਾ ਜਾਂਦਾ ਹੈ, ਚਲੋ ਮੰਨ ਲੈਂਦੇ ਹਾਂ ਪ੍ਰਾਈਵੇਟ ਅਦਾਰਿਆਂ ਨੂੰ ਫਾਇਦਾ ਦਿੱਤਾ ਜਾਂਦਾ ਹੈ, ਤੇ ਦੂਜੇ ਪਾਸੇ ਪ੍ਰਾਈਵੇਟ ਅਦਾਰੇ ਕਿਤੇ ਨਾ ਕਿਸੇ ਹੱਦ ਤੱਕ ਕਾਰੋਬਾਰ ਵੀ ਦਿੰਦੇ ਨੇ, ਰੋਜ਼ਗਾਰ ਦਿੰਦੇ ਨੇ ਬੱਚਿਆਂ ਨੂੰ। ਪਰ ਜੇਕਰ ਆਪਾਂ ਕਿਸਾਨੀ ਦੀ ਗੱਲ ਕਰੀਏ, ਕਿਸਾਨੀ ਰੋਜ਼ਗਾਰ ਤੇ ਤੁਸੀਂ ਗੱਲ ਕੀਤੀ, ਰੋਜ਼ਗਾਰ ਦੀ ਮੈਂ ਐਗਜ਼ਾਮਪਲ ਦੇ ਚੁੱਕਾ। ਆਹ ਮੁੰਡਾ 40,000 ਘੱਟੋ-ਘੱਟ ਪੁੱਛ ਕੇ ਦੇ ਲਓ, 40,000 ਤਨਖਾਹ ਹੋਣੀ ਆ। ਤੇ ਜਿਹੜੇ ਬਾਉਂਸਰ ਪ੍ਰਾਈਵੇਟ ਤੁਰੇ ਫਿਰਦੇ 200 ਰੁਪਈਆ ਲੈਂਦੇ, ਐਡੇ ਤਕੜੇ ਨੇ ਉਹ ਵੀ। 200 ਰੁਪਈਆ ਦਿਹਾੜੀ ਲੈ ਕੇ ਘਰ ਨੂੰ ਜਾਂਦੇ ਆ। 200 ਨੂੰ ਗੁਣਾ ਕਰੋ ਤਾਂ ਮਹੀਨੇ ਦੇ ਨਾਲ 6,000 ਰੁਪਈਆ ਬਣਦਾ। ਮੈਂ ਬਹੁਤੇ ਚੈਨਲ ਵਾਲੇ ਨੌਜਵਾਨ ਮੁੰਡਿਆਂ ਨੂੰ ਜਾਣਦਾ ਜਿਹੜੇ ਪੜ੍ਹੇ ਲਿਖੇ ਵੱਡੇ ਵੱਡੇ ਲੀਡਰਾਂ ਦੇ ਮੂੰਹ ਬੰਦ ਕਰ ਦਿੰਦੇ ਆ, 12-12 ਹਜ਼ਾਰ ਤੇ ਜੋਬ ਕਰਦੇ ਆ। ਪ੍ਰਾਈਵੇਟ ਅਦਾਰਾ ਉਹ ਆਪਣੀ ਬਚਤ ਦੇਖੂਗਾ ਪਹਿਲਾਂ, ਉਹ ਫਿਰ ਕਰੂਗਾ। ਸਰਕਾਰ ਸਾਨੂੰ ਅੱਗੇ ਉਹ ਫੰਡ ਦਿੰਦੀ ਸੀਗੀ, ਛੁੱਟੀਆਂ ਦੇ ਫੰਡ, ਹੋਰ ਕਈ ਤਰ੍ਹਾਂ ਦੇ ਪੈਨਸ਼ਨਾਂ। ਅੱਜ ਆਰਮੀ ਦੀ ਪੈਨਸ਼ਨ ਕਿਉਂ ਬੰਦ ਕਰਤੀ? ਕਿਹਨੇ ਸੋਚੀ ਇਹ ਗੱਲ? ਜੇ ਆਰਮੀ ਦੀ ਬੰਦ ਆ ਤਾਂ ਇਹਨਾਂ ਲੀਡਰਾਂ ਦੀ ਕਿਉਂ ਨਹੀਂ ਬੰਦ ਹੋ ਸਕਦੀ? ਇਹ ਕਿਹੜੀ ਸੇਵਾ ਕਰਦੇ ਆ? ਉਹ ਤਾਂ ਠੰਡਾਂ ਵਿੱਚ, ਧੁੱਪਾਂ ਵਿੱਚ, ਬਰਫਾਂ 'ਚ ਰਹਿੰਦੇ ਨੇ, ਉਹਨਾਂ ਨੂੰ ਤਾਂ ਪੈਨਸ਼ਨ ਬਣਦੀ ਆ। ਜਿੰਨੇ ਟੀਚਰ ਸੀ, ਜਿੰਨੇ ਆਰਮੀ ਵਾਲੇ, ਪੁਲਿਸ ਵਾਲੇ ਸੀ, ਉਹਨਾਂ ਨੂੰ 30-35 ਹਜ਼ਾਰ ਉਹਨਾਂ ਦੀ ਤਨਖਾਹ ਦਾ ਅੱਧਾ ਹਿੱਸਾ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ, ਤੇ ਉਹ ਅੱਧੀ ਪੈਨਸ਼ਨ ਲੈਂਦੇ ਸੀ। ਹੁਣ ਅੱਧੀ ਤਨਖਾਹ ਵੀ ਹੈ ਨਹੀਂ। ਪ੍ਰਾਈਵੇਟ ਅਦਾਰਾ ਕਰਨਾ, ਮੈਂ ਭਾਜੀ ਬਾਹਰਲੀਆਂ ਕੰਟਰੀਆਂ 'ਚ ਜਾਣਾ, ਕੈਨੇਡਾ ਦੇ ਵਿੱਚ ਟੂਰਿਸਟ ਤੋਂ ਬਿਨਾਂ ਤੁਹਾਨੂੰ ਰੋਡ ਦੇ ਉੱਤੇ ਬੱਸ ਨਹੀਂ ਮਿਲਣੀ। ਸਿਰਫ ਤੇ ਸਿਰਫ ਟੂਰਿਸਟ ਬੱਸ ਜਿਹਨੂੰ ਚਾਹੀਦੀ ਆ, ਉਹ ਪ੍ਰਾਈਵੇਟ ਏਜੰਸੀ 'ਚੋਂ ਬੱਸ ਲੈ ਸਕਦਾ। ਤੁਹਾਨੂੰ ਰੋਡ ਦੇ ਉੱਤੇ ਪ੍ਰਾਈਵੇਟ ਬੱਸ ਨਹੀਂ ਮਿਲਣੀ। ਪ੍ਰਾਈਵੇਟ ਸਕੂਲ ਜੇ ਖੋਲ੍ਹਿਆ ਵੀ ਸਾਡੇ ਪੰਜਾਬੀਆਂ ਦੇ ਖੁੱਲ੍ਹੇ ਨੇ ਹਸਪੀਟਲ ਸਕੂਲ, ਉਹ ਜਿਹੜਾ ਸ਼ਰਤਾਂ ਦਾ ਲੈਟਰ ਆ, ਸਰਕਾਰੀ ਹਸਪੀਟਲ ਜਿਹੜਾ ਉਹਨਾਂ ਦਾ ਡਰੱਗ ਇੰਡਸਟਰੀ ਆ ਉਹ ਦਿੰਦਾ, ਉਹਦੇ ਵਿੱਚੋਂ ਜਿਹੜੇ ਕਾਨੂੰਨ ਉਹਦੇ ਤੇ ਲਾਗੂ ਹੋ ਗਏ, ਉਹੀ ਕਾਨੂੰਨ ਸਕੂਲ ਨੂੰ ਮੰਨਣੇ ਪੈਣੇ ਆ। ਆਪਣੀ ਮਰਜ਼ੀ ਨਾਲ ਨਾ ਫੀਸ ਵਧਾ ਸਕਦਾ, ਨਾ ਵਰਦੀ ਦਾ ਰੰਗ ਚੇਂਜ ਕਰ ਸਕਦਾ, ਨਾ ਮੈਟਰ ਚੇਂਜ ਕਰ ਸਕਦਾ। ਇੱਥੇ ਕਿਉਂ ਨਹੀਂ ਹੁੰਦਾ? ਇੱਥੇ ਸਰਕਾਰੀ ਸਕੂਲ ਦੇ ਵਿੱਚ ਫੀਸ ਕਿੰਨੀ ਸੀ? ਮੈਂ 35 ਪੈਸੇ ਫੀਸ ਦਿੱਤੀ ਆ, 35 ਪੈਸੇ ਫੀਸ ਦਿੱਤੀ ਆ। ਅੱਜ ਮੇਰੇ ਬੱਚੇ 2 ਲੱਖ ਰੁਪਈਆ ਜਾਂਦਾ ਅਕਾਲ ਅਕੈਡਮੀ ਬੜੂ ਸਾਹਿਬ 'ਚ, ਤਾਂ ਪੜ੍ਹਦੇ ਆ। ਕਿੱਥੋਂ ਉਹ ਬੈਲੈਂਸ ਕਿੱਥੇ ਲਿਆਵਾਂਗੇ ਅਸੀਂ? ਤੁਸੀਂ ਪ੍ਰਾਈਵੇਟ ਅਦਾਰੇ ਬਿਜ਼ਨਸ ਨਹੀਂ ਦਿੰਦੇ। ਪ੍ਰਾਈਵੇਟ ਅਦਾਰਿਆਂ ਨੇ ਬਿਜ਼ਨਸ ਕਿੰਨਾ ਕੁ ਦਿੱਤਾ ਵੀ ਆਹ ਮੁੰਡਾ ਵਿਹਲਾ ਸੀ, ਇਹਨੂੰ 6,000 ਦੀ ਨੌਕਰੀ ਮਿਲ ਗਈ, ਉਹਨੇ ਖੁਸ਼ ਹੋ ਕੇ ਕਰ ਲਈ। ਪਰ ਤੁਸੀਂ ਇਹ ਗੱਲ ਮੰਨਦੇ ਹੋ ਵੀ ਇੱਕ ਟੀਚਰ ਹੋਵੇ, ਇੱਕ MBBS ਡਾਕਟਰ ਹੋਵੇ, ਇੱਕ MBL ਹੋਵੇ, ਇੱਕ MLBM ਹੋਵੇ, ਉਹ ਬੰਦੇ ਇਹ 5-6 ਹਜ਼ਾਰ ਤਨਖਾਹ ਦੇ, ਜਿੰਨਾ ਉਹਨਾਂ ਦਾ ਲੱਖਾਂ ਰੁਪਈਆ ਲੱਗ ਗਿਆ ਪੜ੍ਹਾਈ ਤੇ, ਉਹ ਇਹਦੇ ਹੱਕਦਾਰ ਨੇ? ਰਿਆਤ ਬਾਹਰਾ ਦੇ ਕਾਲਜ ਦੇ ਵਿੱਚੋਂ ਮੇਰਾ ਭਤੀਜਾ ਚਰਨਪ੍ਰੀਤ ਸਿੰਘ ਬੈਂਸ ਪਹਿਲੇ ਨੰਬਰ ਤੇ ਆਇਆ ਸੀ ਆਪਣੀ ਕਲਾਸ ਦੇ ਵਿੱਚੋਂ, ਫਾਰਮੇਸੀ 'ਚੋਂ। ਉਹਨੂੰ ਫੈਕਟਰੀਆਂ 'ਚ ਭੇਜਿਆ, ਕੋਈ 5,000 ਦਿੰਦਾ ਤਨਖਾਹ, ਕੋਈ 6,000 ਦਿੰਦਾ। ਉਹ ਇੱਥੋਂ ਆਈਲਟ ਕਰਕੇ ਕੈਨੇਡਾ ਚੜ ਗਿਆ। ਅੱਜ ਉਹ 4 ਲੱਖ ਰੁਪਈਆ ਮਹੀਨੇ ਦਾ ਬਣਾਉਂਦਾ। ਉਹਨਾਂ ਨੂੰ ਪਤਾ ਉਹਦੀ ਯੋਗਤਾ ਕੀ ਆ। ਜਿਹੜੇ ਦੇਸ਼ 'ਚ ਪੜ੍ਹਿਆ ਜੇਬ 'ਚੋਂ ਖਰਚਾ ਕਰਕੇ, ਉਹਨੂੰ ਯੋਗਤਾ ਦਾ ਨਹੀਂ ਪਤਾ। ਪੈਨਸ਼ਨ ਬੰਦਿਆਂ ਨੂੰ ਕੈਨੇਡਾ ਸਰਕਾਰ ਦਾ ਰੋਕਣ ਦਾ ਕਾਰਨ ਹੀ ਇਹ ਸੀ।
ਉਹ ਕਹਿੰਦੇ ਬੁੱਢੇ ਸੱਦਦੇ ਆ ਉਹਨਾਂ ਨੂੰ ਪੈਨਸ਼ਨ ਦਿੰਦੇ ਆ। ਇੱਥੇ ਇੱਕ ਡਾਕਟਰ ਪੜਾਉਣਾ, ਟੀਚਰ ਪੜਾਉਣਾ, ਇੱਕ ਕੋਈ ਵੀ ਕਿਸੇ ਤਰ੍ਹਾਂ ਦਾ ਇੰਜੀਨੀਅਰ ਬਣਾਉਣਾ, ਉਹਦੇ ਉੱਤੇ ਲੱਖਾਂ ਰੁਪਈਆ ਲੱਗਦਾ, ਉਹ ਫੇਰ ਬਣਦਾ। ਉਹਨਾਂ ਨੇ ਕਹਿੰਦੇ ਸਾਨੂੰ ਕੀ ਲੋੜ ਲੱਖਾਂ ਖਰਚਣ ਦੀ, ਸਾਨੂੰ ਬਣੇ ਬਣਾਏ ਮਿਲਦੇ ਨੇ। ਉਹਨਾਂ ਨੇ ਰਸਤੇ ਖੋਲ੍ਹ ਦਿੱਤੇ ਸਾਡੇ ਮੁੰਡਿਆਂ ਨੂੰ, ਇੱਥੇ ਨੌਕਰੀਆਂ ਨਹੀਂ ਸੀ, ਉਹ ਬਾਹਰ ਚੜ ਗਏ। ਪ੍ਰਾਈਵੇਟ ਅਦਾਰਾ ਕਿਸੇ ਵੀ ਹੱਦ ਤੱਕ ਸਹੀ ਨਹੀਂ ਆ। ਅਸੀਂ ਕਾਨੂੰਨਾਂ ਦੀ ਖਿਲਾਫਤ ਕਿਤੇ ਐਵੇਂ ਨਹੀਂ ਕਰਦੇ। ਜੇ ਪਹਿਲਾਂ ਪ੍ਰਾਈਵੇਟ ਸਕੂਲ ਆਏ ਤਾਂ ਸਾਡੇ ਸਰਕਾਰੀ ਸਕੂਲ ਫੇਲ ਹੋਏ। ਅੱਛਾ ਇੱਕ ਗੱਲ ਹੋਰ ਦੱਸੋ, ਪ੍ਰਾਈਵੇਟ ਹਸਪੀਟਲ ਇੱਕ ਬੰਦਾ ਆਪ ਬਣਾਉਂਦਾ, ਉਹ ਸਰਕਾਰੀ ਜ਼ਮੀਨ ਤੇ ਨਹੀਂ ਬਣਦਾ, ਉਹ ਜ਼ਮੀਨ ਵੀ ਆਪ ਖਰੀਦਦਾ, ਉਹਦੇ ਵਿੱਚ ਡਾਕਟਰ ਵੀ ਆਪਣੇ ਲਾਉਂਦਾ, ਦਵਾਈਆਂ ਵੀ ਆਪਣੀਆਂ ਦਿੰਦਾ, ਉਹ ਤਰੱਕੀ ਵਿੱਚ ਜਾਂਦਾ। ਇੱਕ ਬੰਦਾ ਚਲਾ ਰਿਹਾ, ਇੱਕ ਹਸਪੀਟਲ ਸਰਕਾਰ ਦਾ, ਉਹਨੂੰ ਬਹੁਤ ਵੱਡੀ ਮੈਜੋਰਟੀ ਚਲਾ ਰਹੀ ਦੇਸ਼ ਦੀ, ਉਹਨੂੰ ਪੈਸਾ ਵੀ ਸਰਕਾਰ ਵੱਲੋਂ ਮਿਲਦਾ ਸਾਰਾ, ਉਹ ਫੇਲ ਆ। ਪ੍ਰਾਈਵੇਟ ਨੂੰ ਕਿੱਦਾਂ ਕਹਿ ਦਾਂਗੇ ਅਸੀਂ ਪ੍ਰਾਈਵੇਟ? ਉਹ ਅਗਲੇ ਆਪਣੀ ਜਿਹੜਾ ਉਹਨਾਂ ਦਾ ਹਿਸਾਬ ਕਿਤਾਬ ਆ, ਦਵਾ ਦਾ ਜਾਂ ਉਹਨਾਂ ਦਾ ਬਚਤ ਆ, ਡਾਕਟਰ ਤੱਕ, ਉਹ ਸਾਰਾ ਕੁੱਟ ਕਰਕੇ ਉਹ ਵਪਾਰੀਕਰਨ ਕਰਦੇ ਆ। ਸਰਕਾਰ ਵਪਾਰੀਕਰਨ ਨਹੀਂ ਕਰ ਸਕਦੀ, ਸਰਕਾਰ ਨੂੰ ਉਸ ਲੈਵਲ ਤੇ ਆਉਣਾ ਪੈਣਾ। ਇਹ ਜਿਹੜੇ ਸਾਡੇ ਨਾਲ ਧੋਖੇ ਹੋ ਰਹੇ ਨੇ, ਉਹ ਸਾਡੀ ਨਾ ਸਮਝੀ ਕਰਕੇ ਹੀ ਹੋ ਰਹੇ ਆ। ਸਾਨੂੰ ਇਹ ਦੀਦਾ ਵੀ ਉਹਨੇ 15 ਕਰੋੜ ਕਹਿਤਾ, ਅਸੀਂ ਭੜਾੜ ਵੋਟਾਂ ਪਾਤੀਆਂ। ਪਹਿਲਾਂ ਪੁੱਛਦਾ ਲਓ 15 ਕਰੋੜ ਕਿਹੜੀ ਮਾਂ ਕੋਲੋਂ ਲਿਆ ਕੇ ਦਊ? ਇੱਕ ਹੋਰ ਸਵਾਲ ਇੱਥੇ ਜੁੜਦਾ, ਅਸੀਂ 15 ਕਰੋੜ ਕਹਿੰਦਾ 15 ਲੱਖ। ਹੁਣ ਪਰ ਬੰਦਾ 15 ਲੱਖ ਦੇਣਾ, 135 ਕਰੋੜ ਆਬਾਦੀ ਨੂੰ ਪਰ ਬੰਦੇ ਨੂੰ 15 ਲੱਖ ਦੇਣਾ, ਮੈਨੂੰ ਦੱਸੋ ਕਿੱਥੋਂ ਦਊਗਾ? ਕਿੱਥੋਂ ਲਿਆਊਗਾ? ਉਹ ਕੀ ਕਰੂਗਾ? ਜਦੋਂ ਦੇਣੇ ਹੋਣਗੇ ਉਹ ਫਿਰ ਸੋਚਣਗੇ ਨਾ ਵੀ ਉਹ ਤਾਂ ਬਾਅਦ ਚ ਕਹਿਤਾ ਇਹ ਤਾਂ ਜੁਮਲਾ ਥਾ। ਇਦਾਂ ਦੇ ਜੁਮਲੇ ਬਹੁਤ ਜਾਣਦੇ ਆ ਜੀ। ਹੁਣ ਜਨਤਾ ਅਨਪੜ੍ਹ ਨਹੀਂ ਹੈਗੀ, ਜਨਤਾ ਪੜ੍ਹੀ ਲਿਖੀ ਆ, ਜਨਤਾ ਨੂੰ ਸਾਰਾ ਪਤਾ ਆ। ਕੋਈ ਵੀ ਲੀਡਰ ਅੱਛਾ ਹੁਣ ਚਲੋ ਪੰਜਾਬ ਸਰਕਾਰ ਦੀ ਗੱਲ ਕਰ ਲੈਂਦੇ ਆ। ਪੰਜਾਬ ਸਰਕਾਰ ਦੀ ਚੋਰ ਕੁੱਤੀ ਰਲੀ ਆ, ਚਿੱਟਾ ਗਲੀ ਗਲੀ ਆ। ਅੱਜ ਨਹੀਂ ਮੁੰਡੇ ਮਰਦੇ, ਅੱਜ ਚਿੱਟਾ ਨਹੀਂ ਵਿਕਦਾ। ਮੈਂ ਇੱਥੋਂ ਬੈਠਾ ਦੱਸ ਦਿੰਦਾ, ਜਦ ਆ ਮੈਕ ਲੈ ਕੇ ਚਲੇ ਜਾਓ, ਮੇਰੇ ਪਿੰਡ ਦੇ ਨਾਲ ਇੰਦਰਾ ਕਲੋਨੀ ਆ। ਇੰਦਰਾ ਕਲੋਨੀ ਸਰਕਾਰ ਨੇ ਕਲੋਨੀਆਂ ਬਣਾਈਆਂ ਸੀ। ਉਹ ਕਲੋਨੀਆਂ ਜਿਹੜੇ ਲੋਕ ਉੱਥੇ ਆਏ ਸੀ ਇੰਨੇ ਕੁ ਮਾਤੜ ਸੀ, ਉਹਨਾਂ ਨੂੰ ਰੋਟੀ ਨਹੀਂ ਸੀ ਜੁੜਦੀ। ਅੱਜ ਉਹਦੇ ਵਿੱਚ ਕੋਠੀਆਂ ਪਈਆਂ ਨੇ, ਵੱਡੀਆਂ ਵੱਡੀਆਂ 40-40 50-50 ਲੱਖ ਦੀਆਂ ਗੱਡੀਆਂ ਖੜੀਆਂ ਨੇ। ਅਸੀਂ 20-20 25-25 ਖੇਤਾਂ ਦੀ ਖੇਤੀ ਵੀ ਕਰਦੇ, ਹੋਰ ਕੰਮ ਵੀ ਕਰਦੇ। ਸਾਤੋਂ ਤੇ ਗੱਡੀ ਦੇ ਟਾਇਰ ਨਹੀਂ ਪਵਾ ਹੁੰਦੇ, ਉਹਨਾਂ ਕੋਲੇ ਕਿੱਥੋਂ ਆ ਗਈਆਂ? ਚਿੱਟਾ ਵੇਚਦੇ, ਇੱਕ ਬੰਦਾ ਚੱਕਿਆ ਤਾਂ ਸਾਰੀ ਕਲੋਨੀ ਭੱਜੀ ਹੋਈ ਆ। ਮਤਲਬ ਉੱਥੇ ਅੱਜ ਵੀ ਉਸ ਕਲੋਨੀ ਦੇ ਅੰਦਰ ਨੁਮਾਇੰਦੇ। ਫਿਰ ਕੀ ਗੱਲ ਅੱਜ ਭਗਵੰਤ ਮਾਨ ਨੂੰ ਦੀਦਾ ਨਹੀਂ? ਉਦੋਂ ਤਾਂ ਰੌਲਾ ਪਾਉਂਦਾ ਸੀ ਮਜੀਠੀਆ ਚਿੱਟਾ ਵੇਚਦਾ। ਅੱਜ ਵੀ ਤਾਂ ਬੰਦੇ ਵੇਚਦੇ ਨੇ, ਅੱਜ ਕਿਉਂ ਨਹੀਂ ਫੜੇ ਜਾਂਦੇ? ਕਹਿਣੀ ਤੇ ਕਰਨੀ ਵਿੱਚ ਫਰਕ ਆ। ਜਿਹੜਾ ਜਿਹਦੇ ਕੁਰਸੀ ਤੇ ਬਹਿਣ ਲੱਗਿਆ, ਜਿਹਦੇ ਕੁਰਸੀ ਵਾਲੀ ਕਿੱਲ ਚੁੱਭ ਗਈ, ਮਤਲਬ ਉਹਦੇ ਕਰਪਸ਼ਨ ਦਾ ਟੀਕਾ ਲੱਗ ਗਿਆ, ਉਹ ਬੰਦਾ ਤੁਹਾਡਾ ਸਾਥ ਨਹੀਂ ਦੇ ਸਕਦਾ। ਉਹਨੂੰ ਉਹਨਾਂ ਦਾ ਹੀ ਸਾਥ ਦੇਣਾ ਪੈਣਾ ਜਿਨ੍ਹਾਂ ਲੋਕਾਂ ਨੇ ਵੋਟਾਂ ਵੇਲੇ ਅੰਦਰ ਖਾਤੇ ਟੇਬਲਾਂ ਦੇ ਥੱਲੇ ਦੀ ਵੱਡੀਆਂ ਤੱਥੀਆਂ ਦਿੱਤੀਆਂ ਹੋਈਆਂ। ਬ੍ਰੇਨ ਡਰੇਨ ਦੀ ਗੱਲ ਕਰ ਰਹੇ ਸੀ ਆਪਾਂ। ਬ੍ਰੇਨ ਡਰੇਨ ਹੋ ਰਿਹਾ, ਪਰ ਮਾਨ ਸਰਕਾਰ ਦੇ ਵੱਲੋਂ ਆਖਿਆ ਗਿਆ ਸੀ ਕਿ ਗੋਰੇ ਇੱਥੇ ਆ ਕੇ ਕੰਮ ਕਰਨਗੇ। ਇੱਥੋਂ ਨੌਜਵਾਨਾਂ ਨੂੰ ਹੁਣ ਬਾਹਰ ਜਿਹੜੇ ਜਾ ਰਹੇ ਸਨ ਉਹਨਾਂ ਨੂੰ ਜਾਣ ਦੀ ਲੋੜ ਨਹੀਂ, ਇੱਥੇ ਸਭ ਤੋਂ ਵਧੀਆ ਕਰ ਦਾਂਗੇ ਕੰਮ। ਜੇ ਤਾਂ ਹੋ ਸਕਦਾ ਇਦਾਂ ਤਾਂ ਤੁਸੀਂ ਦੱਸ ਦਿਓ, ਮੈਂ ਜਵਾਬ ਨਹੀਂ ਦਿੰਦਾ। ਤੁਸੀਂ ਪੱਤਰਕਾਰ, ਤੁਸੀਂ ਸਾਡੇ ਨਾਲੋਂ ਵੱਧ ਨੌਲੇਜ ਰੱਖਦੇ ਹੋ, ਤੁਸੀਂ ਦੱਸ ਦਿਓ ਹੋ ਜੂ ਨਾ? ਗੋਰੇ ਆ ਕੇ ਕਰ ਸਕਦੇ ਨੇ ਕੰਮ ਗੋਰੇ, ਤੁਸੀਂ ਦੱਸ ਦਿਓ ਹੋ ਜੂ? ਉਹ ਤਾਂ ਸਾਡੇ ਉੱਥੇ ਨੂੰ ਭੱਜ ਰਹੇ ਨੇ, ਇਹ ਆਪਣੇ ਨੂੰ ਤਾਂ ਰੋਟੀ ਨਹੀਂ ਦੇ ਸਕਦੇ, ਗੋਰਿਆਂ ਨੂੰ ਕਿੱਥੋਂ ਦੇ ਦੂਗੇ? ਇੱਕ ਗੋਰਾ ਜਿਹੜਾ ਫੈਕਟਰੀ 'ਚ ਜੌਬ ਕਰਦਾ ਜਾਂ ਟਰੱਕ ਚਲਾਉਂਦਾ, ਉਹ ਕਾਨੂੰਨਨ ਕੰਮ ਕਰਦਾ। ਜੇ 8 ਘੰਟੇ ਡਿਊਟੀ ਆ ਤਾਂ 8 ਘੰਟੇ ਹੀ ਉਹਨੇ ਡਿਊਟੀ ਕਰਨੀ ਆ, ਔਰ ਸਰਕਾਰ ਉਹਦੇ ਅਕਾਊਂਟ 'ਚ ਤਕਾਲਾਂ ਨੂੰ ਤਨਖਾਹ ਪਾਉਂਦੀ ਹੈ, ਪਾ ਦੂਗੇ। ਇੱਥੇ ਤਾਂ 10 ਮਹੀਨੇ ਟੀਚਰਾਂ ਦੀ ਤਨਖਾਹ ਨਹੀਂ ਮਿਲਦੀ। ਆ ਸਾਡਾ 4 ਸਾਲਾਂ ਦਾ ਗੰਨੇ ਦਾ ਰੇਟ ਬਕਾਇਆ ਪਿਆ। ਇਹ ਗੱਲਾਂ ਕਹਿਣ ਨੂੰ ਹੋ ਰਿਹਾ, ਕਰ ਉਹ ਲੋਕਾਂ ਨੂੰ ਭਰਮਾਉਣ ਦੇ ਲਈ। ਜਿੱਦਾਂ ਪਹਿਲਾਂ ਮੈਂ ਸਟੇਜ ਤੋਂ ਵੀ ਬੋਲ ਕੱਢਿਆ ਵੀ ਇੱਕ ਨੇ ਕਹਿਤਾ ਅਸੀਂ 1000 ਰੁਪਈਆ ਦੇਵਾਂਗਾ, ਦੂਜੇ ਨੇ ਕਹਿਤਾ ਮੈਂ 2000 ਦਊਂ, ਇੱਕ ਨੇ ਕਹਿਤਾ ਮੈਂ 100 ਯੂਨਿਟ ਦਊਂ, ਦੂਜੇ ਨੇ ਕਹਿਤਾ ਮੈਂ 300 ਯੂਨਿਟ ਦਊਂ। ਇੱਥੇ ਮੋਦੀ ਵੱਡੀ ਗੱਪ ਮਾਰ ਗਿਆ, ਕਹਿੰਦਾ ਮੈਂ 15 ਲੱਖ ਦਊਂ। ਬਾਅਦ ਵਿੱਚ ਦਿੱਤਾ ਕੀ? 5-6 ਚੀਜ਼ਾਂ ਦਿੱਤੀਆਂ ਤੁਹਾਨੂੰ। ਉਹ ਸਮਰਤੀ ਇਰਾਨੀ, ਉਹ ਨਾਟਕਕਾਰ ਕੰਪਨੀ ਮੰਡਲੀ ਦੀ ਜਿਹੜੀ ਉਹ ਹੀਰੋ ਸੀਗੀ, ਉਹਨੂੰ ਰਾਜਨੀਤੀ 'ਚ ਬਿਠਾ ਲਿਆ। ਕਿਉਂ? ਕਹਿੰਦੇ ਸਿਲੰਡਰ ਉੱਤੇ ਬਹਿ ਜਾ। ਮੈਨੂੰ ਤਾਂ ਭੁਲੇਖਾ ਇਹ ਸੀ ਵੀ ਜੇ ਕਿਤੇ ਸਿਲੰਡਰ ਭਰਿਆ ਹੁੰਦਾ ਫਿਰ ਤਾਂ ਸ਼ਾਇਦ ਕੰਮ ਕਰ ਜਾਂਦਾ। ਬਿਠਾਲੀ ਪਤੰਦਰਾਂ ਨੇ ਖਾਲੀ ਸਿਲੰਡਰ ਤੇ ਜਾਂ ਤੀਲੀ ਤੁਲੀ ਲਾ ਦਿੰਦੇ, ਕੋਈ ਕੰਮ ਕਰ ਜਾਂਦੀ। ਖਾਲੀ ਸਿਲੰਡਰ ਲੈ ਕੇ ਦਿੱਲੀ 'ਚ ਪਿੱਟੀ ਸੀ ਮਨਮੋਹਨ ਸਿੰਘ ਵੇਲੇ, ਕਹਿੰਦੀ 400 ਨੂੰ ਸਿਲੰਡਰ ਹੋ ਗਿਆ। ਅੱਜ ਕਿੰਨੇ ਨੂੰ ਆ? 10 ਰੁਪਈਏ ਘੱਟ 1100 ਨੂੰ। ਹੁਣ ਉਹ ਬੋਲਦੀ ਨਹੀਂ, ਸੱਤਾ 'ਚ ਨੇ ਨਾ। ਬਸ ਹੁਣ ਮੈਂ ਇਹ ਤੋਂ ਗਾਂ ਦਾ ਸਵਾਲ ਕਰਨ ਦਾ ਵੀ ਮੌਕਾ ਨਹੀਂ ਮੈਂ ਦੇ ਸਕਦਾ ਤੁਹਾਨੂੰ, ਕਿ ਤੁਸੀਂ ਆਪ ਹੀ ਦੱਸਦਾ ਵੀ ਸੱਤਾ 'ਚ ਬਹਿ ਕੇ ਸਾਰਾ ਕੁਝ ਭੁੱਲ ਜਾਂਦਾ। ਸੋ ਆਖਰੀ ਸਵਾਲ ਪੁੱਛਣਾ ਚਾਹੂੰਗਾ, ਧਰਨਾ ਹੋਰ ਕਿੰਨਾ ਸਮਾਂ ਉਡੀਕ ਕਰੇਗਾ ਜਾਂ ਅਗਲੀ ਰਣਨੀਤੀ ਕੀ ਹੈ? ਧਰਨਾ ਦੇਖੋ ਜੀ, ਮੀਟਿੰਗ ਚੱਲਦੀ ਆ ਪ੍ਰਧਾਨ ਸਾਹਿਬਾਨਾਂ ਦੀ। ਜਿਹੜੇ ਸੰਯੁਕਤ ਮੋਰਚੇ ਦੇ ਸਾਡੇ ਸੀਨੀਅਰ ਸੂਬਾ ਪ੍ਰਧਾਨ, ਬੇਸ਼ੱਕ ਇੱਥੇ ਕਈ ਨਹੀਂ ਆਏ, ਉੱਥੇ ਮੀਟਿੰਗ ਵਿੱਚ ਸਾਰੇ ਉਹ ਹਾਜ਼ਰ ਆ। ਉਹਨਾਂ ਨੇ ਅੱਜ ਦਾ ਜਿਹੜਾ ਫੈਸਲਾ ਲੈ ਲੈਣਾ ਆ, ਉਹ ਆਪਾਂ ਨੂੰ ਹੋਰ ਥੋੜੇ ਟਾਈਮ ਤੱਕ ਆ ਕੇ ਉਹਨਾਂ ਨੇ ਸਟੇਜ ਦੇ ਉੱਤੋਂ ਸਰਵਣ ਕਰਾ ਦੇਣਾ ਆ। ਜੋ ਵੀ ਅਲੀਕ ਦਿੱਤਾ ਗਿਆ ਫਿਰ ਉਹ ਉਦਾਂ ਹੀ ਚੱਲੂਗਾ, ਚਾਹੇ ਉਹ ਦਿੱਲੀ ਵਾਲੇ ਵਾਂਗੂ ਚੱਲੇ ਤੇ ਚਾਹੇ ਉਹ ਗੰਨੇ ਵਾਲਾ ਧਰਨਾ ਧੰਨੋ ਵਾਲੀ ਵਾਲਾ ਉਹਦੇ ਵਾਂਗੂ ਚੱਲੇ। ਜਿੱਦਾਂ ਜਿੰਨਾ ਚਿਰ ਸਰਕਾਰ ਗੋਡਿਆਂ ਬਹਾਨੇ ਨਹੀਂ ਹੁੰਦੀ,
ਗੋਡਿਆਂ ਭਰਨੇ ਕਰਨੀ ਆ, ਕੋਈ ਦੁਆ ਨਹੀਂ ਕਰਨਾ ਹੈ ਵੀ ਉਹਨੇ ਆਸ਼ਵਾਸਨ ਦੇਤਾ ਇੰਨੇ ਤਰੀਕ ਤੱਕ ਆਪਾਂ ਕਰਾਂਗੇ ਤਾਂ ਤੁਸੀਂ ਉੱਠ ਜਾਓ। ਨਹੀਂ, ਕੋਈ ਅਟੱਲ ਫੈਸਲਾ ਲਵਾਂਗੇ। ਜਦੋਂ ਗੋਡਿਆਂ ਭਰਨੇ ਹੋ ਗਿਆ ਐਦਾਂ ਹੱਥ ਜੋੜ ਤੇ ਮੈਨੂੰ ਮਾਫ ਕਰ ਦਿਓ, ਉਦੋਂ ਉੱਠਾਂਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕੀ ਫਤਿਹ। ਧਰਨੇ ਦੇ ਵਿੱਚ ਮਜ਼ਦੂਰ ਵਰਗ ਵੀ ਮੌਜੂਦ ਹੈ ਸਾਡੇ ਨਾਲ। ਨਰਿੰਦਰ ਮੋਹਨ ਨੇ ਕੁਝ ਕਹਿਣਾ ਚਾਹੁੰਦੇ ਨੇ ਕੈਮਰੇ ਦੇ ਉੱਪਰ, ਉਹਨਾਂ ਦੇ ਬਲਬਲੇ ਸੁਣਦੇ ਹਾਂ ਜੀ। ਦੇਸ਼ ਦਾ ਪੀਐਮ ਗੁਜਰਾਤੀ, ਹੋਮ ਮਿਨਿਸਟਰ ਜਾ ਕੇ ਗੁਜਰਾਤ ਤੋਂ ਲੈ ਕੇ ਆਇਆ। ਹਿਮਾਚਲ ਪ੍ਰਦੇਸ਼ ਤੋਂ J&K ਤੋਂ ਚੰਗਾ ਨਹੀਂ ਸੀ। ਦੋ ਬੈਲਾਂ ਦੀ ਜੋੜੀ, ਇੱਕ ਅੰਨਾ ਦੂਜਾ ਕੋੜੀ। ਅਮਿਤ ਸ਼ਾਹ ਕੀ ਕਹਿੰਦਾ ਯੂਥ ਨੂੰ, ਪੜ੍ਹ ਲਿਖ ਕੇ ਡਿਗਰੀਆਂ ਲੈ ਕੇ ਭਜੀਏ ਵੇਚੋ। ਭਜੀਏ ਕੀ ਚੀਜ਼ ਹੁੰਦੇ ਹੈ ਪਤਾ ਤੈਨੂੰ? ਭਜੀਏ ਪਕੌੜਿਆਂ ਨੂੰ ਕਹਿੰਦੇ ਆ। ਗੁਜਰਾਤੀਆਂ ਦੇ ਭਜੀਏ, ਪੰਜਾਬੀਆਂ ਦੇ ਪਕੌੜੇ। ਹੁਣ ਮਾਂ ਬਾਪ ਜਿਹੜੇ ਮਾਂ ਬਾਪ ਔਖਾ ਹੋ ਕੇ ਔਲਾਦ ਨੂੰ ਪੜ੍ਹਾਉਂਦਾ, ਉਹ ਭਜੀਏ ਵੇਚਣ ਲਈ ਪੜ੍ਹਾਊਗਾ? ਦੇਸ਼ ਨੂੰ ਸਰਕਾਰ ਚਲਾ ਰਹੀ ਆ, ਸਰਕਾਰੀ ਨੌਕਰੀ ਹਨ। ਕਿਉਂ? ਸਾਰੇ ਕੰਮ ਠੇਕੇ ਦੇ ਰਿਹਾ ਵਾ। ਦੇ ਰਿਹਾ ਠੇਕੇ ਦੇ ਨਾ, ਤਾਂ ਸਰਕਾਰ ਵੀ ਠੇਕੇ ਦੇ ਦੇਵੇ। ਦੇਸ਼ ਠੀਕ ਨਹੀਂ ਚੱਲਦਾ ਮੇਰੀ ਨਜ਼ਰ ਵਿੱਚ। ਕਿਉਂ ਨਹੀਂ ਦੇ ਰਿਹਾ? ਇਹਨੂੰ ਫਾਇਦਾ ਆ। ਇਹ ਕੋਆਪਰੇਟਿਵ ਘਰਾਣਿਆਂ ਦੇ ਧਿਆਨ 'ਚ ਬੈਠਾ ਆ ਮੋਦੀ। ਇਹਨੇ ਦੇਸ਼ ਦੀ ਜਨਤਾ ਨੂੰ ਲੁੱਟਿਆ ਨਹੀਂ ਆ। ਇਹਦਾ ਜੇ ਦੇਖ ਲਓ ਬੈਂਕ ਬੈਲੈਂਸ, ਇਹਨੇ ਕਹਿਣਾ ਹੈ ਹੀ ਨਹੀਂ ਆ। ਈਡੀ ਸੀਡੀ ਦੂਜੀ ਪਾਰਟੀਆਂ ਵਿਰੁੱਧ ਲਾਉਂਦਾ। ਬੀਜੇਪੀ ਦੇ ਵਿੱਚ ਸਿਰਫ ਦੁੱਧ ਦੇ ਧੋਤੇ ਆ। 14 ਸਾਲ ਦੇ ਵਿੱਚ 19 ਸਾਲ ਦੇ ਵਿੱਚ ਜਨਵਰੀ ਤੋਂ ਮਾਰਚ ਮਹੀਨੇ ਦੇ ਵਿੱਚ ਫੋਰਚੂਨ ਦੀ 1 ਲੀਟਰ ਦੀ ਬੋਤਲ 90 ਰੁਪਏ ਦੀ ਸੀ, ਅੱਜ 150 ਪਲੱਸ ਆ। ਕਿਹਦੀ ਬਦੌਲਤ? ਕਿਹਦੀ ਬਦੌਲਤ? ਮੋਦੀ। ਜਿਹੜਾ ਉਹ ਗਰੁੱਪ ਆ ਅਡਾਨੀ ਜਾਂ ਅੰਬਾਨੀ। ਸਰੋਂ ਦੇ ਤੇਲ ਦੀ ਬੋਤਲ 1 ਸਾਲ ਪਹਿਲਾਂ 1.5 ਸਾਲ ਪਹਿਲਾਂ 100 ਰੁਪਏ ਤੋਂ ਥੱਲੇ ਸੀ, 100 ਰੁਪਏ ਦੀ। ਅੱਜ 150 ਰੁਪਏ ਦੀ 1 ਲੀਟਰ। ਕਿਹਦੀ ਬਦੌਲਤ? ਮੋਦੀ। ਉਹ ਜਿਹੜੇ ਗਰੁੱਪ ਆ ਅਡਾਨੀ ਅੰਬਾਨੀ ਦੇ ਆ। ਕੀ ਕੀਤਾ ਗਰੀਬ ਮਜ਼ਦੂਰ ਲੈਣ? ਇਹਦਾ ਅਰੁਣ ਜੇਤਲੀ ਹੁੰਦਾ ਸੀ, ਉਹ ਕਹਿੰਦਾ ਕੜਵੀ ਦਵਾਈ ਦੇਣੀ ਪੈਣੀ ਆ। ਕੜਵੀ ਦਵਾਈ ਖਤਮ ਨਹੀਂ ਹੋਈ ਹਾਲੇ ਤੱਕ। ਕੜਵੀ ਹੁਣ ਹੱਸਣ ਲੱਗਾ ਤੂੰ ਕਾਕਾ, ਕੜਵੀ ਦਵਾਈ ਖਤਮ ਨਹੀਂ ਹੋਈ ਹਾਲੇ ਤੱਕ। ਦੇਸ਼ ਦੀ ਜਨਤਾ ਖਤਮ ਹੋ ਰਹੀ ਆ। ਕੀ ਕੀਤਾ ਦੇਸ਼ ਦੀ ਜਨਤਾ ਨੇ? ਕੁਛ ਨਹੀਂ ਕੀਤਾ ਇਹਨੇ ਸਿਰਫ ਲੁਟਾਇਆ ਵਾ, ਸਿਰਫ ਲੁਟਾਇਆ, ਹੋਰ ਕੁਛ ਨਹੀਂ ਕੀਤਾ। ਗਰੀਬ ਵਰਗ ਨੂੰ ਇਹਨੇ ਗਰੀਬ ਤੋਂ ਗਰੀਬ ਥੱਲੇ ਕਰ ਦਿੱਤਾ। ਇੱਕ ਚੈਨਲ 'ਤੇ ਬੋਲਦੇ ਪਏ 80 ਕਰੋੜ ਜਨਤਾ ਨੂੰ ਮੁਫਤ ਰਾਸ਼ਨ ਦਿੱਤਾ। ਕੀ ਲੋੜ ਪਈ ਉਹਨਾਂ ਨੂੰ 80 ਕਰੋੜ ਜਨਤਾ ਨੂੰ? ਮਨਮੋਹਨ ਸਿੰਘ ਸਰਕਾਰ ਉਹਨੇ 8 ਕਰੋੜ ਜਨਤਾ ਨੂੰ ਨਹੀਂ ਦਿੱਤਾ। ਦੇਸ਼ ਖੁਸ਼ਹਾਲ ਸੀ ਉਦੋਂ। ਅੱਜ 80 ਕਰੋੜ ਜਨਤਾ ਨੂੰ ਤੂੰ ਪੜ੍ਹਿਆ ਲਿਖਿਆ, ਕੀ ਲੋੜ ਪਈ ਉਹਨਾਂ ਨੂੰ? ਇੱਕ ਰਾਜਾ ਹੁੰਦਾ ਸੀ, ਉਹ ਰਾਤ ਨੂੰ ਡਾਕੇ ਮਾਰ ਕੇ ਲੁੱਟਦਾ ਹੁੰਦਾ, ਸਵੇਰ ਨੂੰ ਦਾਨ ਕਰ ਦਿੰਦਾ ਸੀ। ਉਹ ਹਿਸਾਬ ਇਹਦਾ ਹੈ। ਟੈਕਸ ਤੇ ਟੈਕਸ ਲਾਈ ਜਾਂਦਾ। ਹੁਣ ਇੱਕ ਸਾਹ ਦੇ ਟੈਕਸ ਲਾਉਣਾ ਹੈ। ਜਿਹੜਾ ਤੂੰ ਸਾਹ ਲੈਣਾ ਤੂੰ ਵੀ ਨਾ, ਤੈਨੂੰ ਬਿੱਲ ਦੇਣਾ ਪੈਣਾ ਹੈ, ਮੈਨੂੰ ਵੀ ਬਿੱਲ ਦੇਣਾ ਪੈਣਾ ਹੈ। ਕੋਆਪਰੇਟਿਵ ਘਰਾਣਿਆਂ ਨੂੰ ਤਕੜੇ ਕਰਦਾ ਹੈ। ਇਹ ਕੋਆਪਰੇਟਿਵ ਘਰਾਣਿਆਂ ਦੀ ਗੋਦ 'ਚ ਬੈਠਾ ਮੋਦੀ। ਕੁਛ ਨਹੀਂ ਇਹਦੇ 'ਚ ਕਾਬਲੀਅਤ ਹੈਗੀ। ਚਾਹ ਵੇਚਣ ਵਾਲਾ ਦੇਸ਼ ਚਲਾ ਰਿਹਾ। ਇਹ ਕਹਿੰਦਾ ਹਿੰਦੂ ਰਾਸ਼ਟਰ ਬਣਾਉਣਾ। ਮੈਂ ਹਿੰਦੂ ਹੋਣ ਦੇ ਬਾਵਜੂਦ ਕਹਿੰਦਾ ਮੈਂ ਨਹੀਂ ਬਣਨ ਦਊਂਗਾ। ਹਿੰਦੁਸਤਾਨ ਪੂਰਾ ਹਿੰਦੂ ਦਾ ਆ, ਹਿੰਦੁਸਤਾਨ ਪੂਰਾ ਸਿੱਖ ਦਾ ਆ, ਹਿੰਦੁਸਤਾਨ ਪੂਰਾ ਮੁਸਲਮਾਨ ਦਾ, ਹਿੰਦੁਸਤਾਨ ਪੂਰਾ ਈਸਾਈ ਦਾ, ਇਕੱਲੇ ਹਿੰਦੂ ਦਾ ਨਹੀਂ ਹੈ। ਤਦ ਹਿੰਦੁਸਤਾਨ ਬਣਦਾ। ਮੈਂ ਹਿੰਦੂ ਹੋਣ ਦੇ ਬਾਵਜੂਦ ਕਹਿ ਰਿਹਾ ਹਾਂ ਕਿ ਮੈਂ ਨਹੀਂ ਬਣਨ ਦਊਂ। ਮੈਂ ਜਿੰਨੀ ਦੇਰ ਵੋਟ ਪਾਈ ਆ, 2 ਵੋਟਾਂ ਛੱਡ ਕੇ ਬੀਜੇਪੀ ਨੂੰ ਪਾਈ ਆ। ਲਾਸਟ ਵੋਟ ਮੈਂ ਪਾਈ ਆ ਧਾਲੀਵਾਲ ਨੂੰ। ਸੈਕੰਡ ਲਾਸਟ ਜਿਹੜੀ ਵੋਟ ਪਾਈ ਆ ਡਾਕਟਰ ਗੋਗੀ ਨੂੰ। ਸਾਡੇ ਪਿੰਡ ਦਾ ਮੁੰਡਾ ਐਮਐਲਏ। ਤੂੰ ਪੁੱਛਿਆ ਨਹੀਂ ਮੈਨੂੰ ਕਿਉਂ ਪਾਈ ਉਹਨੂੰ ਜੀ? ਕਿਉਂ ਭਾਈ? ਉਹ ਸਾਡੇ ਪਿੰਡ ਦਾ ਮੁੰਡਾ ਐਮਐਲਏ ਖੜਾ ਸੀ। ਪਿੰਡ ਦਾ ਮੁੰਡਾ, ਇਹਦਾ ਮਤਲਬ ਉਹਨੂੰ ਅਸੀਂ ਪਾਵਾਂਗੇ ਨਹੀਂ ਯਾਰ ਪਿੰਡ ਦੇ ਮੁੰਡੇ ਨੂੰ। ਇਮਾਨਦਾਰ ਨਹੀਂ ਦੇਖੋ। ਕੌਣ ਪਾਊਗਾ? ਇਮਾਨਦਾਰ ਨਹੀਂ ਦੇਖੋ। ਇਮਾਨਦਾਰ ਬਿਲਕੁਲ ਦੇਖਾਂ, ਇਮਾਨਦਾਰ ਸੀ ਉਹ। ਪਿੰਡ ਦਾ ਮੁੰਡਾ ਵੀ ਦੇਖਾਂ। ਫਿਰ ਕਿਹਾ ਜਾ ਸਕਦਾ ਹੈ। ਅਰੇ ਯਾਰ ਪਿੰਡ ਦੇ ਮੁੰਡੇ ਨੂੰ ਅਸੀਂ ਕੰਨੋਂ ਫੜ ਕੇ ਉਠਾ ਲੈਣਾ, ਚਲੋ ਕੰਮ ਕਰ। ਕਿਉਂ ਨਹੀਂ ਕਰੂਗਾ? ਐਮਐਲਏ ਹੁਣ ਹੱਸਣ ਲੱਗਾ ਤੂੰ। ਉਹਨੇ ਸਿਰਫ ਜਿਹੜੀ ਹੁਣ ਟਿਕਟ ਦਿੱਤੀ ਆ ਕੇਜਰੀਵਾਲ ਨੇ ਜੋਗਿੰਦਰ ਸਿੰਘ ਮਾਨ ਨੂੰ, ਹੋ ਸਕਦਾ ਉਹਨੇ ਚੰਦਾ ਦੇ ਦਿੱਤਾ ਹੋਵੇ ਉਹਨੂੰ, ਉਹਦੇ ਨਾਲ ਧੰਦਾ ਸ਼ੁਰੂ ਹੋ ਜਾਂਦਾ ਹੈ। ਡਾਕਟਰ ਗੋਗੀ ਨੂੰ ਟਿਕਟ ਨਹੀਂ ਦਿੱਤੀ ਐਮਐਲਏ। ਤੂੰ ਸਮਝਦਾਰ ਆ, ਪੜ੍ਹਿਆ ਲਿਖਿਆ ਆ। ਇਹ ਕੀ ਕਰਦੇ ਆ? ਲੁੱਟਦੇ ਆ ਹਿੰਦੁਸਤਾਨ ਦੋਨਾਂ ਹੱਥਾਂ ਨਾਲ। ਲੁਟਾਉਂਦੇ ਆ, ਲੁੱਟਦੇ ਆ। ਇਹ ਸਿਰਫ ਕੇਜਰੀਵਾਲ ਕੋਆਪਰੇਟਿਵ ਘਰਾਣਿਆਂ ਦਾ ਜਿਹੜਾ ਅਮਿਤ ਸ਼ਾਹ ਆ, ਮੋਦੀ ਆ। 2 ਗੁਜਰਾਤੀ ਹੈ, ਲਾਲ ਬਹਾਦਰ ਸ਼ਾਸਤਰੀ ਜੀ, ਸਰਦਾਰ ਵੱਲਭ ਭਾਈ ਪਟੇਲ। ਉਹਨਾਂ ਨੂੰ ਨਮਨ ਕਰਦਾ ਮੈਂ। ਲੁੱਟ ਕੇ ਖਾ ਗਏ ਹਿੰਦੁਸਤਾਨ ਨੂੰ। ਹੁਣ ਕਹਿੰਦੇ ਕਿ ਮਹਿੰਗਾਈ 'ਤੇ ਬੋਲੋ, ਚਰਚਾ ਕਰੋ। ਆਉਂਦੇ ਨਹੀਂ ਇਹ। ਮੋਦੀ ਇੱਕ ਵਾਰੀ ਕਹਿੰਦੇ ਆ ਜਾਓ ਜੀ ਮਹਿੰਗਾਈ ਦੇ ਚਰਚਾ 'ਤੇ ਮੈਂ ਗੱਲ ਕਰਦਾ। ਕਿਉਂ ਨੇ ਵਿਪਕਸ਼ ਕਿਉਂ ਭੱਜੂਗਾ? ਭਗਵੰਤ ਸਿੰਘ ਮਾਨ ਇਹਨਾਂ ਨੂੰ 72 ਕਰੋੜ ਰੁਪਈਆ ਦੇ ਦੇਵੇ, ਇਹ ਕਿਉਂ ਬੈਠੂਗੇ ਸੜਕ 'ਤੇ? ਜਿਹੜੇ ਉਹ ਸੀਐਮ ਬਣਨ ਤੋਂ ਪਹਿਲਾਂ ਨਹੀਂ ਪਤਾ ਸੀ ਕਾਂਗਰਸ ਦੇ ਵਿਰੁੱਧ ਇਹਨਾਂ ਦੇ ਧਰਨੇ ਲੱਗਦੇ ਆ, ਮੇਰੇ ਵਿਰੁੱਧ ਵੀ ਲੱਗਣੇ ਆ। ਇਹਨਾਂ ਨੂੰ ਕੀ ਲੋੜ ਪਈ ਸੜਕਾਂ 'ਤੇ ਬੈਠਣ ਦੀ? ਭਗਵੰਤ ਸਿੰਘ ਮਾਨ ਇੱਕ ਗੀਟੀ ਆ, ਜਿਹੜਾ ਸਟਾਈਗਰ ਆ ਉਹ ਕੇਜਰੀਵਾਲ ਆ। ਕੈਰਮ ਬੋਰਡ ਪੂਰਾ ਪੰਜਾਬ ਆ।
ਉਹ ਬਸ ਜਿੱਦੋਂ ਐ ਚਲਾਉਂਦਾ ਉਧਰ ਨੂੰ ਚੱਲੀ ਜਾਂਦਾ ਭਗਵੰਤ ਸਿੰਘ ਮਾਨ। ਦਿੱਲੀ ਤੋਂ ਚੱਲਦੀ ਤੁਹਾਡਾ ਕਹਿਣ ਦਾ ਮਤਲਬ ਦਿੱਲੀ ਦਾ ਬਿਲਕੁਲ ਯਾਰ ਚੇਲਾ ਆ ਉਹਦਾ, ਉਹਦੀਆਂ ਟੈਸਟਾਂ ਹੁਣ ਪਿਛਲੀਆਂ ਜਿੰਨੀਆਂ ਆ। ਉਹ ਕਹਿੰਦਾ ਐਲਐਮਏ ਸਾਹਿਬ ਅੱਜ ਉਹ ਕਿੱਥੇ ਕੀ ਕਰਦਾ ਆ। 92 ਸੀਟਾਂ ਜਿੱਤਣ ਤੋਂ ਬਾਅਦ ਹਿਮਾਚਲ ਨੂੰ ਪੂਰੇ ਜਾਊ, ਹਿਮਾਚਲ 'ਚ ਵੀ ਨਾ, ਹਿਮਾਚਲ ਨੂੰ JNK ਨੂੰ ਕਹਿਣ ਲੱਗਾ ਆ 92 ਸੀਟਾਂ ਜਿੱਤਣ ਤੋਂ ਬਾਅਦ ਭਗਵੰਤ ਸਿੰਘ ਮਾਨ ਸੰਗਰੂਰ ਦੀ ਆਪਣੀ ਸੀਟ ਹਾਰ ਚੁੱਕਾ ਆ। ਪੰਜਾਬ ਦੇ ਵਿੱਚ ਕਿਸੇ ਵੀ ਸਟੇਟ ਜਿਹਦੀ ਸਰਕਾਰ ਹੋਵੇ, ਇੱਕ ਸੀਟ ਤੇ ਇਲੈਕਸ਼ਨ ਹੋਵੇ, ਉਹੀ ਪਾਰਟੀ ਜਿੱਤਦੀ ਹੁੰਦੀ ਆ। ਪੰਜਾਬ ਦੀ ਜਨਤਾ ਦਾ ਮੋਹ ਭੰਗ ਹੋ ਗਿਆ ਝਾੜੂ ਤੋਂ। 2 ਮਹੀਨਿਆਂ 'ਚ ਹੋਇਆ। ਜਿਆਦੀ ਦੇਰ ਨਹੀਂ, ਭਗਵੰਤ ਸਿੰਘ ਝਾੜੂ ਤੋਂ ਪੰਜਾਬ ਦੀ ਜਨਤਾ ਦਾ ਮੋਹ ਭੰਗ ਹੋ ਚੁੱਕਾ ਆ। ਇਹਨਾਂ ਨੇ ਕੁਛ ਨਹੀਂ ਕਰਨਾ, ਇਹਨਾਂ ਨੇ ਵੀ ਬਸ ਉਹ ਵਪਾਰੀ ਆ ਕੇਜਰੀਵਾਲ, ਜਿਹੜਾ ਦੇਸ਼ ਦੀ ਜਨਤਾ ਐਡਾ ਕਾਲੇ ਧਨ ਦੇ ਵਿਰੋਧ 'ਚ ਬੈਠਾ। ਕੁਛ ਬੋਲਿਆ ਉਹ ਕਿਸੇ ਚੈਨਲ ਤੇ? ਤੂੰ ਸੁਣਿਆ ਕਿਤੇ? ਕਿਉਂ ਨਹੀਂ ਬੋਲਿਆ? ਉਹਨੂੰ ਆਪਣੀ ਰੋਜੀ ਰੋਟੀ ਪਈ ਸੀ। ਬਾਬਾ ਰਾਮ ਦੇ ਪੰਤੰਜਲੀ ਗਰੁੱਪ ਲੈ ਕੇ ਆ ਗਿਆ, ਉਹਨੂੰ ਆਪਣੀ ਰੋਜੀ ਰੋਟੀ ਦੀ ਪਈ ਸੀ। ਅੰਨਾ ਹਜ਼ਾਰੇ ਲੋਪ ਹੋ ਗਿਆ। ਕਾਲੇ ਧਨ ਦੀ ਕਿਸੇ ਨੂੰ ਪਈ ਸੀ? ਜੇ ਹਿੰਦੁਸਤਾਨ ਦੇ ਜਿਨ੍ਹਾਂ ਨੇ ਆਜ਼ਾਦੀਆਂ ਲਈ ਜਾਨਾਂ ਦਿੱਤੀਆਂ ਆ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਮਦਨ ਲਾਲ ਢੀਂਗਰਾ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ, ਪੰਡਤ ਚੰਦਰ ਸ਼ੇਖਰ ਆਜ਼ਾਦ, ਇਹ ਵੀ ਘਰਾਂ 'ਚ ਬੈਠ ਜਾਂਦੇ ਤਾਂ ਅਸੀਂ ਆਜ਼ਾਦੀ ਮੰਨ ਲੈਂਦੇ ਅੱਜ? ਨਹੀਂ, ਬਿਲਕੁਲ ਵੀ ਨਹੀਂ। ਕੀ ਕਰਦੇ ਇਹ ਲੁੱਟਦੇ ਆ ਬਸ। ਸਾਰਾ ਘਰ ਨੂੰ ਜਾਵੇ ਮਾਲ ਵੀ ਦੇਸ਼ ਦੀ ਜਨਤਾ ਲਈ ਕਰੋ ਕੋ ਜਿਸ ਕੰਮ ਲਈ ਆਇਆ। ਰਾਜ ਕੀਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ। ਉਹ ਆਪਣੇ ਰਾਜ ਵਿੱਚ ਰਾਤ ਨੂੰ ਘੁੰਮਦੇ ਹੁੰਦੇ ਸੀਗੇ ਕਿ ਮੇਰੀ ਪ੍ਰਜਾ ਸੁਖੀ ਆ। ਸਵੇਰ ਵੇਲੇ ਇੱਕ ਵਾਰੀ ਉਹ ਜਾ ਰਹੇ ਸੀ ਕਿਤੇ, ਇੱਕ ਮੰਗਤੀ ਉਹਨਾਂ ਦੇ ਪੈਰ ਨਾਲ ਆਪਣਾ ਕੰਸਾ ਐਦਾਂ ਘਸਾਉਣ ਲੱਗ ਪਈ। ਉਹ ਕਹਿੰਦਾ ਇਹ ਕੀ ਕਰਦੀ? ਉਹ ਕਹਿੰਦੀ ਤੂੰ ਪਾਰਸ ਹਾਂ, ਲੋਹੇ ਨਾਲ ਲੋਹਾ ਪਾਰਸ ਨਾਲ ਟਕਰਾ ਜਾਵੇ ਸੋਨਾ ਬਣ ਜਾਂਦਾ ਹੈ। ਇਹ ਸੋਨੇ ਨੂੰ ਲੋਹਾ ਕਰਨ ਲੱਗੇ, ਕੁਛ ਨਹੀਂ ਇਹ ਕਰਦੇ, ਆਪਣੀ ਰੋਜੀ ਰੋਟੀ ਦੱਸ ਦਿੱਤਾ। ਹੱਲ ਕੀ ਹੈ? ਹੱਲ ਕੀ ਹੈ? ਹੱਲ ਕੀ ਇਹਨਾਂ ਦੇ ਛਿੱਤਰ ਮਾਰੋ ਬਸ, ਦੂਜਾ ਹੱਲ ਨਹੀਂ ਹੈਗਾ। ਛਿੱਤਰ ਹੱਲ ਨੇ? ਮੈਂ ਕਿਹਾ ਮੋਰੇ ਇਲੈਕਸ਼ਨ ਆ ਰਿਹਾ, ਛਿੱਤਰੇ ਹੋਣੇ ਇਹਨਾਂ ਦੇ। ਇਹਨਾਂ ਨੂੰ ਗਾਲਾਂ ਜਿੰਨੀਆਂ ਵੋਟ ਵਾਲਾ ਛਿੱਤਰ ਮਾਰੋ। ਵੋਟ ਵਾਲਾ ਛਿੱਤਰ, ਇਹਨਾਂ ਨੂੰ ਗਾਲਾਂ ਜਿੰਨੀਆਂ ਮਰਜ਼ੀ ਕੱਢ ਦਿਓ, ਇਹਨਾਂ ਨੂੰ ਕੋਈ ਫਰਕ ਨਹੀਂ। ਇਹਨਾਂ ਕਾਰ 'ਚ ਬੈਠਣਾ, ਇਹਨਾਂ ਕਹਿਣਾ ਪੌਂਗੇ ਗੱਲ ਖਤਮ, ਕੋਈ ਫਰਕ ਨਹੀਂ ਹੈਗਾ ਇਹਨਾਂ ਨੂੰ। ਇਹਨਾਂ ਨੇ AC ਜਾ ਕੇ ਬੈਠ ਜਾਣਾ, AC ਔਨ ਕਰ ਲੈਣੇ ਆ, ਗੱਲ ਖਤਮ। ਤਨਖਾਹਾਂ ਕਿੰਨੀਆਂ ਤਨਖਾਹਾਂ ਲੈਂਦੇ ਆ। ਮਜ਼ਦੂਰ ਜਿਹੜਾ ਹਰ ਦੁਕਾਨ ਤੇ ਕੰਮ ਕਰਦਾ ਮਜ਼ਦੂਰ ਆ, ਜਿਹੜਾ ਦਿਹਾੜੀ ਦੱਪਾ ਕਰਦਾ ਮਜ਼ਦੂਰ ਆ, ਉਹਦੀ ਤਨਖਾਹ ਪੁੱਛ ਕੇ ਦੇ ਕਿੰਨੀ? 6000 ਰੁਪਈਆ। 2 ਬੱਚੇ ਉਹਦੇ ਪਲ ਜਾਊਗੇ? ਕੁਛ ਨਹੀਂ ਕਰਦੇ ਇਹ। 2 ਬੱਚੇ ਨਹੀਂ ਪਾਲ ਸਕਦਾ 6000 ਰੁਪਏ ਨਾਲ। ਦੇਸ਼ ਦੀ ਜਨਤਾ ਨੂੰ ਇਹਨਾਂ ਨੇ ਲੁਟਾਇਆ ਕੋਆਪਰੇਟ ਕਰਾਣੇ। ਦਮੋਦਰ ਦਾਸ ਦੇ ਮੋਦੀ ਦਾ ਕੱਚਾ ਚਿੱਠਾ ਸਾਰਾ ਖੋਲ ਕੇ ਦਿਖਾਤਾ ਤੇ। ਅਮਿਤ ਸ਼ਾਹ ਯੂਥ ਨੂੰ ਕੀ ਕਹਿੰਦਾ? ਫੇਰ ਆਲ ਯੂਥ ਨੂੰ ਵੈਰੀ ਲਿਸਨ ਕੇਅਰਫੁਲੀ। ਮੋਦੀ ਨੇ 2 ਜਾਣਿਆਂ ਨੂੰ ਇੰਟਰਵਿਊ ਨੂੰ ਦਿੱਤਾ ਸੁਣਿਆ, ਇੱਕ ਰਵੀਸ਼ ਕੁਮਾਰ ਜੀ, ਇੱਕ ਅਭੈ ਚਰਸੀਆ। ਰਵੀਸ਼ ਕੁਮਾਰ ਜੀ ਬਹੁਤ ਘੱਟ ਪੜ੍ਹੇ ਲਿਖੇ ਆ, ਅਭੈ ਚਰਸੀਆ ਅਨਪੜ੍ਹ ਆ। ਸੌਰੀ ਬੋਥ ਆਫ ਯੂ, ਆਈ ਨੋ ਯੂ ਆਰ ਵੈਰੀ ਵੈਲ ਐਜੂਕੇਟਡ। ਉਹਨਾਂ ਨੂੰ ਕਿਉਂ ਇੰਟਰਵਿਊ ਨਹੀਂ ਦਿੱਤਾ? ਡਰਦਾ ਉਹਨਾਂ ਕੋ ਇੰਟਰਵਿਊ ਦਿੱਤਾ ਗ੍ਰੇਸੀ ਸਿੰਘ ਵਰਗੀਆਂ ਨੂੰ। ਉਹ ਕਹਿੰਦੇ ਮੋਦੀ ਜੀ ਐਸਾ ਹੈ, ਮੋਦੀ ਜੀ ਵੀ ਐ ਸਟਾਈਲ 'ਤੇ ਹੱਥ ਰੱਖ ਕੇ ਕਹਿੰਦੇ ਹਾਂ ਠੀਕ, ਘੜੀ ਵੀ ਦਿਖਾਲਦਾ, ਘੜੀ ਲੱਗੀ ਆ। ਸੂਟ ਬੂਟ ਦੀ ਸਰਕਾਰ ਅੱਜ ਤੱਕ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ ਜਦੋਂ ਤੋਂ ਦੇਸ਼ ਦਾ ਅਹੁਦਾ ਸੰਭਾਲਿਆ ਉਹਨਾਂ ਨੇ PM ਦਾ। ਐਦਾਂ ਕਿਉਂ? ਕਿਦਾਂ ਜੀ? ਅੱਜ ਵੀ ਇੱਕ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਨਹੀਂ ਕੀਤਾ ਗਿਆ, ਮੀਡੀਆ ਦਾ ਸਾਹਮਣਾ ਨਹੀਂ ਕੀਤਾ ਗਿਆ ਉਹਨਾਂ ਵੱਲੋਂ। ਹਟਾਇਆ ਉਹਨੂੰ, ਕਾਕਾ ਕੋਈ ਕਾਬਲੀਅਤ ਨਹੀਂ ਹੈਗੀ ਉਹਦੇ ਵਿੱਚ। ਇੱਕ ਗੱਲ ਸੁਣ ਲਾ, ਉਹਦੇ ਵਿੱਚ ਕੋਈ ਕਾਬਲੀਅਤ ਨਹੀਂ ਹੈਗੀ। ਉਹਨੂੰ ਇੱਕ ਰਾਜਯੋਗ ਲੱਗਾ, ਮੈਂ ਸੁਣਿਆ ਸੀ 14 ਸਾਲ ਵਿੱਚ, ਜਿਹਦਾ ਉਹਨੇ ਫਾਇਦਾ ਉਠਾਇਆ। ਉਹ ਖਤਮ ਹੋ ਰਿਹਾ ਉਹਦਾ ਬਸ। 24 ਚ ਕੀ ਬਣੂ? 24 ਚ ਗਿਆ ਇਹ ਵਿਦਾਇਗੀ ਹੈ ਇਹਦੀ। ਕੌਣ ਆਵੇਗਾ? ਉਹ ਜਿਹੜੀ ਜੇ ਦੇਸ਼ ਦੀ ਜਨਤਾ ਨੇ ਚਾਹੁੰਦਾ ਮੋਦੀ ਨਹੀਂ ਆਊਗਾ। ਮੋਦੀ ਦੇ ਨਾਂ ਤੇ ਵੋਟਾਂ ਮੰਗ ਲਏ, ਵੋਟਾਂ ਨਹੀਂ ਪਊਗੀਆਂ। ਇੱਕ 18 ਸਾਲ ਦੇ ਮੈਂ ਜਿਹੜਾ ਦੇਵੀ ਤਲਾਬ ਮੰਦਿਰ ਗਿਆ ਸੀਗਾ, ਉਹ ਕਹਿੰਦੇ ਜੀ ਮੰਦਿਰ ਕਿੱਦਾਂ ਬਣੂਗਾ? ਉਦੋਂ ਕਹਿੰਦੇ ਸੀ ਕੇਸ ਜਿਹੜਾ ਕੋਰਟ ਵਿੱਚ ਆ, ਧਿਆਨ ਨਾਲ ਸੁਣੀ, ਉਦੋਂ ਕਹਿੰਦੇ ਕੇਸ ਕੋਰਟ ਵਿੱਚ ਆ, ਤੇ ਅੱਜ ਬਣ ਗਿਆ ਕਹਿੰਦੇ ਮੋਦੀ ਨੇ ਬਣਾਇਆ। ਹੋ ਜਾਊ ਇਹ ਗੱਲ? ਪੜ੍ਹਿਆ ਲਿਖਿਆ ਤੂੰ? ਕੇਸ ਮੰਦਿਰ ਜਿਹੜਾ ਕੋਰਟ ਨੇ ਬਣਾਇਆ ਕਿ ਮੋਦੀ ਨੇ ਬਣਾਇਆ? ਇਹਦੇ ਨਾਲੋਂ ਗੁੱਡ ਜਿਹੜੇ ਸੀ ਅਟਲ ਬਿਹਾਰੀ ਵਾਜਪਾਈ ਸੀ, ਉਹਨਾਂ ਦੇ ਹੁੰਦਿਆਂ ਨੇ ਬਣਿਆ। ਇੱਕ ਆਪਣੇ ਜਸਵਿੰਦਰ ਭੱਲਾ ਹੋਇਆ, ਉਹਨਾਂ ਦੀ ਕੈਸਟ 25-30 ਰੁਪਏ ਦੀ ਸੁਣ ਲਈ ਸੀ। ਹੁਣ ਉਹਨਾਂ ਨੂੰ ਮਿਲਣਾ ਹੋਵੇ 200 ਰੁਪਇਆ ਖਰਚ ਕੇ ਟਿਕਟ ਜਾ ਕੇ ਦੇਖੋ। ਉਹ ਕਹਿੰਦੇ ਦੇਸ਼ ਦੇ ਵਿੱਚ ਚੀਜ਼ਾਂ ਦੇ ਭਾਅ ਅਸਮਾਨ ਨੂੰ ਤਦ ਤੱਕ ਚੜ੍ਹੇ ਰਹਿਣਗੇ ਜਦ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਛੜੇ ਰਹਿਣਗੇ। ਉਹ ਅਟਲ ਬਿਹਾਰੀ ਵਾਜਪਾਈ ਜੀ ਸੀਗੇ। ਇਹਨਾਂ ਨੇ, ਮੋਦੀ ਨੇ ਕੁਛ ਨਹੀਂ ਕੀਤਾ। ਇਹਨੇ ਕੀ ਕਰਨਾ?
ਇਹਨੂੰ ਕੀ ਪਤਾ ਆਟੇ ਤੇਲ ਦਾ ਕੀ ਭਾਅ ਆ। ਇਹਨੇ ਘਰੋਂ ਲੈਣ ਜਾਣਾ ਕਿਤੇ, ਇਹਨੇ ਅੰਦਰੋਂ ਫੋਨ ਚੱਕਣਾ, ਜਿਹੜਾ ਕੀ ਕਹਿੰਦੇ ਉਹਨੂੰ ਅੰਦਰੋਂ ਫੋਨ ਚੱਕਣ ਵਾਲੇ ਨੂੰ, ਮੋਬਾਈਲ ਫੋਨ ਹੀ ਹੁੰਦਾ ਨਹੀਂ ਮੋਬਾਈਲ ਜਿਹੜਾ ਅੰਦਰੋਂ ਹੀ ਲੱਗਾ ਹੁੰਦਾ, ਇੱਕ ਦੂਜੇ ਨਾਲ ਗੱਲ ਹੁੰਦੀ ਹੁੰਦੀ। ਬਾਕੀ ਇੰਟਰਕਮ ਕੀ ਲੈਂਡਲਾਈਨ ਇੰਟਰਕਮ ਜਿਹੜਾ ਹੁੰਦਾ, ਇਹਨੇ ਉਹ ਤੋਂ ਫੋਨ ਚੱਕ ਕੇ ਕਹਿਣਾ ਐਸਾ ਹੈ ਜੀ, ਇੱਕ ਸ਼ਾਹੀ ਪਨੀਰ ਭੇਜੋ, ਇੱਕ ਮਿਕਸ ਵੈਜ ਭੇਜੋ, ਇੱਕ ਸੈਲਡ ਭੇਜੋ, ਇੱਕ ਭੇਜ ਦਿਓ ਪਾਈਨਐਪਲ ਰਾਇਤਾ। ਇਹਨੇ ਕਹਿਣਾ ਕਿਸੇ ਅਰਧਾਂਗਣੀ ਨੇ ਕਹਿਣਾ, ਇਹਨੂੰ ਕੀ ਪਤਾ ਆਟੇ ਤੇਲ ਦਾ ਕੀ ਭਾਅ ਹੈ ਪਤਾ ਇਹਨੂੰ ਕੁਛ ਨਹੀਂ ਪਤਾ ਇਹਨੂੰ। ਇਹਨੇ ਕਹਿਣਾ ਬਸ, ਉਹਨੇ ਕਹਿਣਾ मीठा मीठा बाद में ऑर्डर करता हूँ। कोऑपरेटिव घराणिਆਂ ਦਾ ਤੂੰ ਖੁਦ ਸੋਚੀ, ਪੜ੍ਹਿਆ ਲਿਖਿਆ ਪੰਤੰਜਲੀ ਹੁਣੇ ਟਾਈਮ ਤੇ ਦੇਖਿਆ ਘਰ ਜਾ ਕੇ ਟਰਨਓਵਰ ਜ਼ਰੂਰ ਮਾਰੀ। ਪੰਤੰਜਲੀ ਗਰੁੱਪ ਦਾ 14 ਸਾਲ 'ਚ ਟਰਨਓਵਰ ਕਿੰਨਾ ਆ, ਅੱਜ ਕਿੰਨਾ ਆ? ਪੰਤੰਜਲੀ ਗਰੁੱਪ ਦਾ 14 ਸਾਲ 'ਚ ਟਰਨਓਵਰ ਕਿੰਨਾ ਆ, ਅੱਜ ਕਿੰਨਾ ਆ? ਅਡਾਨੀ ਗਰੁੱਪ ਦਾ 14 ਸਾਲ 'ਚ ਟਰਨਓਵਰ ਕਿੰਨਾ, ਅੱਜ ਕਿਹਦਾ ਆ? ਸੁਭਾਵਿਕ ਹੈ ਤਾਂ ਨੂੰ ਹੀ ਗਿਆ ਹੋਊਗਾ, ਤੇ ਕਿਹਦੇ ਕਰਕੇ ਤਾਂ ਨੂੰ ਗਿਆ? ਮੋਦੀ ਕਰਕੇ। ਅਰੇ ਯਾਰ ਤੂੰ ਪੜ੍ਹਿਆ ਲਿਖਿਆ ਹੈ, ਉਹ ਗੁਜਰਾਤੀ PM ਗੁਜਰਾਤੀ, ਫਾਇਦਾ ਨਹੀਂ ਬਚਾਊ। ਤੂੰ ਪੰਜਾਬੀ ਮੈਂ ਪੰਜਾਬੀ, ਕਿਤੇ ਵੀ ਚੱਲ ਜਾਈਏ ਫਾਇਦਾ ਨਹੀਂ ਬਚਾਵਾਂਗੇ ਇੱਕ ਦੂਜੇ ਨੂੰ, ਬਚਾਵਾਂਗੇ ਨਾ ਤਾਂ ਬਸ ਵੀ ਉਹੀ ਕਰਦਾ, ਉਹ ਉਹੀ ਕਰ ਰਿਹਾ ਵਾ, ਕੁਛ ਨਹੀਂ ਕਰ ਰਿਹਾ। ਉਹ ਦੋ ਬੈਲਾਂ ਦੀ ਜੋੜੀ ਮੈਂ ਇੱਕ ਵਾਰੀ ਫੇਰ ਕਹਿ ਤਾ, ਕੰਨਾ ਦੂਜਾ ਕੋੜੀ, ਇੱਕ ਅਮਿਤ ਸ਼ਾਹ ਤੇ ਇੱਕ ਮੋਦੀ। ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਤੇਰਾ ਭਾਈ, ਮੈਨੂੰ ਜਿਹੜਾ ਬੋਲਣ ਦਾ ਮੌਕਾ ਦਿੱਤਾ। ਕਿਹੜਾ ਚੈਨਲ ਆਪਣਾ? ਪੰਜਾਬੀ ਨੈਸ਼ਨਲ ਟੀਵੀ। ਪੰਜਾਬੀ ਮੌਕਾ ਮਿਲਦਾ ਬਰਾਬਰੀ ਦਾ, ਇਹ ਦੇਸ਼ ਆਜ਼ਾਦ ਹੈ, ਆਜ਼ਾਦੀ 'ਚ ਬੋਲਣ ਦਾ ਸਭ ਨੂੰ ਹੱਕ ਹੈ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਚੈਨਲ ਵਾਲੇ ਦਾ ਬਹੁਤ ਬਹੁਤ ਧੰਨਵਾਦ। ਕੈਮਰਾਮੈਨ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨੇ ਬੋਲਣ ਦਾ ਮੌਕਾ ਦਿੱਤਾ। ਇਹ ਦੇਸ਼ ਦੀ ਜਨਤਾ ਨੂੰ ਸੱਚ ਦਿਖਾ ਲਿਆ। ਤੂੰ ਮੇਰੇ ਨਾਲ ਵੱਡਾ ਆ, ਮੇਰੇ ਨਾਲ ਵੱਡਾ ਆ ਤੂੰ, ਜਿਹਨੇ ਸੱਚ ਦਿਖਾ, ਮੈਂ ਤਾਂ ਬੋਲਿਆ, ਤੂੰ ਨਾ ਦਿਖਾ ਲਿਆ, ਕਿਸੇ ਨੂੰ ਕੀ ਪਤਾ ਕੀ ਗੱਲਬਾਤ ਹੋ ਰਹੀ। ਧੰਨਵਾਦ ਤਾਂ ਤੇਰਾ ਹੈ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ। ਸੋ ਬਜ਼ੁਰਗ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਦੇਸ਼ ਦੀ ਰਾਜਨੀਤੀ ਤੇ ਦੇਸ਼ ਦੇ ਰਾਜਨੀਤੀਵਾਨਾਂ ਤੇ ਤੰਜ ਕੱਸਿਆ ਹੈ ਤੇ ਸਵਾਲ ਚੁੱਕੇ ਨੇ। ਵਪਾਰਕ ਤਰੀਕੇ ਦੇ ਜੇ ਲੋਕ ਨੇ ਉਹਨਾਂ ਦੇ ਉੱਪਰ ਸਵਾਲ ਚੁੱਕੇ ਨੇ। ਸੋ ਸੱਚ ਇਹਨਾਂ ਨੇ ਪੇਸ਼ ਕੀਤਾ ਹੈ। ਸੋ ਅਸੀਂ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਵੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਬਹੁਤ ਬਹੁਤ ਧੰਨਵਾਦ।